थोड़ा कम थका ए जिंदगी मजबूर हूँ मजदूर नहीं। दोस्तों अजकल ਜਿਹੜੇ ਹਾਲਾਤ ਨੇ ਉਹ ਇਹੀ ਹੋਏ ਪਏ ਨੇ ਕਿ ਅਸੀਂ ਸਾਰੇ ਜਾਣੇ ਮਜਬੂਰ ਹੋ ਚੁੱਕੇ ਹਾਂ। ਕਿਉਂ ਮਜਬੂਰ ਹੋ ਚੁੱਕੇ ਹਾਂ? ਇਸ ਕੋਵਿਡ-19 ਨੇ ਸਾਨੂੰ ਮਜਬੂਰ ਕਰਕੇ ਰੱਖ ਦਿੱਤਾ। ਇਸ ਕਰਕੇ ਕਿਉਂਕਿ ਸਾਰੇ ਕਾਰੋਬਾਰ ਠੱਪ ਪਏ ਨੇ ਤੇ ਜੇ ਕੰਮ ਸ਼ੁਰੂ ਹੋਏ ਵੀ ਨੇ ਤਾਂ ਮੁੜ ਉਹਨੂੰ ਵਾਪਸ ਲੀਹ ਤੇ ਲੈ ਕੇ ਆਉਣਾ ਸਾਡੇ ਸਾਰਿਆਂ ਦੇ ਲਈ ਬਹੁਤ ਔਖਾ, ਕਿਉਂਕਿ ਜੋ ਪਹਿਲਾਂ ਤੋਂ ਰੂਟੀਨ ਸਾਡੀ ਬਣੀ ਸੀ ਉਸ ਰੂਟੀਨ ਦੇ ਵਿੱਚ ਆਉਣ ਨੂੰ ਟਾਈਮ ਲੱਗ ਰਿਹਾ। ਆਰਥਿਕਤਾ ਨੇ ਕਿਤੇ ਨਾ ਕਿਤੇ ਸਾਰੀਆਂ ਦੀਆਂ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਸੋ ਅੱਜ ਦਾ ਪ੍ਰੋਗਰਾਮ ਸੁਚੇਤ ਰਹੋ ਸੁਰੱਖਿਅਤ ਰਹੋ ਇਹ ਗੱਲਬਾਤ ਕਰੇਗਾ ਕੋਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ, ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ। ਤੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣ ਦੇ ਲਈ ਅਸੀਂ ਸਟੂਡੀਓ ਦੇ ਵਿੱਚ ਫੋਨ ਕਾਲ ਦੇ ਰਾਹੀਂ ਸ਼ਾਮਿਲ ਕਰਾਂਗੇ ਡਾਕਟਰ ਅਸ਼ਵਨੀ ਭੱਲਾ ਜੀ ਨੂੰ। ਡਾਕਟਰ ਅਸ਼ਵਨੀ ਭੱਲਾ ਪ੍ਰੋਫੈਸਰ ਆਫ ਕਾਮਰਸ, ਸਤੀਸ਼ ਚੰਦਰ ਧਵਨ ਗਵਰਨਮੈਂਟ ਕਾਲਜ ਫਾਰ ਬॉयਜ਼ ਤੇ ਨਾਲ ਹੀ ਇਹ ਪ੍ਰੈਜ਼ੀਡੈਂਟ ਨੇ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ PCMA ਦੇ। ਸਭ ਤੋਂ ਪਹਿਲਾਂ ਡਾਕਟਰ ਅਸ਼ਵਨੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਹੈਲੋ ਜੀ ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਹੈ ਕੋਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ, ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ। ਜਿੱਥੇ ਗੱਲ ਆਉਂਦੀ ਹੈ ਕੋਵਿਡ-19 ਦੀ, ਉਹਨੇ ਸਿਰਫ ਸਾਡੇ ਸਮਾਜਿਕ ਰਿਸ਼ਤਿਆਂ, ਪਰਿਵਾਰਿਕ ਰਿਸ਼ਤਿਆਂ ਤੇ ਹੀ ਅਸਰ ਨਹੀਂ ਕੀਤਾ, ਬਲਕਿ ਆਰਥਿਕਤਾ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਿਆ, ਕਿਉਂਕਿ ਇਹੀ ਸਾਡਾ ਇੱਕ ਰੋਜ਼ੀ ਰੋਟੀ ਦਾ ਸਾਧਨ ਹੈ ਜਿਹਦੇ ਨਾਲ ਅਸੀਂ ਆਪਣੇ ਰੋਜ਼ਗਾਰ ਹੈ ਜਿਹੜਾ ਰੋਜ਼ੀ ਰੋਟੀ ਜਿਹੜੀ ਹੈ ਉਹਦੇ ਨਾਲ ਹੀ ਅਸੀਂ ਆਪਣਾ ਪਰਿਵਾਰ ਚਲਾਉਂਦੇ ਹਾਂ। ਸੋ ਇਸ ਕੋਵਿਡ-19 ਨੇ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਗਹਿਰਾ ਅਸਰ ਪਾਇਆ। ਉਹ ਕਿੱਦਾਂ ਪਾਇਆ ਤੁਸੀਂ ਸਾਨੂੰ ਦੱਸੋ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਤੁਸੀਂ ਮੈਨੂੰ ਮੌਕਾ ਦਿੱਤਾ 100.1 FM ਦੇ ਉੱਤੇ ਕੋਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ ਤੇ ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਭਗ ਦਸੰਬਰ 2019 ਤੋਂ ਪੂਰਾ ਵਿਸ਼ਵ ਜਿਹੜਾ ਹੈ ਉਹ ਕੋਰੋਨਾ ਮਹਾਮਾਰੀ ਦੇ ਨਾਲ ਜੂਝ ਰਿਹਾ, ਔਰ ਜਿਹੜਾ ਭਾਰਤੀ ਸਬ ਕੰਟੀਨੈਂਟ ਹੈ ਇਹ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਔਰ ਇਸ ਦੇ ਪਿਛਲੇ ਫਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਵੇਖੀਆਂ ਨੇ। ਦੇਰ ਇਜ਼ ਏ ਕੰਪਲੀਟ ਬਲੈਕਡਾਊਨ, ਪੂਰੀ ਤਰ੍ਹਾਂ ਲੋਕਡਾਊਨ ਹੈ ਮਾਰਚ 22, 2020 ਤੋਂ, ਔਰ ਕੁਝ ਰਾਜਾਂ ਦੇ ਵਿੱਚ ਕਰਫਿਊ ਵੀ ਲੱਗਿਆ ਰਿਹਾ। ਔਰ ਸਾਡੀ ਬਹੁਤ ਵੱਡੀ ਵਸੋਂ ਜਿਹੜੀ ਹੈ, ਪਾਪੂਲੇਸ਼ਨ ਹੈ, ਉਹ ਇਸ ਵੇਲੇ ਡਰ ਦੇ ਮਾਹੌਲ ਦੇ ਵਿੱਚ ਰਹਿ ਰਹੀ ਹੈ। ਔਰ ਲੁਧਿਆਣਾ ਦਾ ਵੀ ਅਸੀਂ ਦੇਖੀਏ ਤੇ ਕੱਲ ਵੀ 41 ਨਵੇਂ ਕੇਸ ਜਿਹੜੇ ਆ ਉਹ ਸਾਡੇ ਸਾਹਮਣੇ ਆਏ। ਬਿਲਕੁਲ ਇਸ ਕੋਰੋਨਾ ਮਹਾਮਾਰੀ ਨੇ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਹੀ ਗਹਿਰਾ ਅਸਰ ਛੱਡਿਆ। ਔਰ ਜੇਕਰ ਅਸੀਂ ਆਰਥਿਕ ਅਨੁਮਾਨ ਦੇਖੀਏ ਤੇ ਲਗਭਗ ਇੰਡੀਅਨ ਇਕੋਨਮੀ ਜਿਹੜੀ ਹੈ ਉਹ 32,000 ਕਰੋੜ ਰੁਪਈਆ ਹਰ ਰੋਜ਼ ਦਾ ਨੁਕਸਾਨ ਹੋ ਰਿਹਾ। ਸਾਡੇ ਲਗਭਗ 53% ਵਪਾਰ ਜਿਹੜੇ ਦੇਸ਼ ਦੇ ਨੇ ਉਹ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਇਹਦੇ ਨਾਲ ਹੋਏ ਹੈ। ਔਰ ਸਾਡੀ 92% ਇੰਡੀਅਨ ਲੇਬਰ ਜਿਹੜੀ ਕਿ ਅਨਆਰਗਨਾਈਜ਼ਡ ਸੈਕਟਰ ਦੇ ਵਿੱਚ ਹੈ, ਉਹਨਾਂ ਕੋਲ ਕੋਈ ਕੰਮ ਨਹੀਂ ਰਿਹਾ, ਉਹਨਾਂ ਨੇ ਆਪਣੀਆਂ ਜੌਬਸ ਗਵਾ ਦਿੱਤੀਆਂ ਨੇ ਔਰ ਇਸ ਵੇਲੇ ਉਹ ਬਹੁਤ ਹੀ ਦਇਨੀय ਸਥਿਤੀ ਦੇ ਵਿੱਚ। ਔਰ ਜਿਹੜੀ ਸਾਡੀ ਸਪਲਾਈ ਚੇਨ ਹੈ ਉਹ ਵੀ ਪੂਰੀ ਤਰ੍ਹਾਂ ਅੰਡਰ ਸਟ੍ਰੈਸ ਹੈ। ਬਹੁਤ ਸਾਰੇ ਬਿਜ਼ਨਸਿਸ ਹੈ, ਜਿਵੇਂ ਹੋਟਲ ਹੈ, ਏਅਰਲਾਈਨ ਹੈ, ਉਹਨਾਂ ਨੂੰ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਰਹੀ ਹੈ, ਉਹਨਾਂ ਦੀਆਂ ਸੈਲਰੀਜ਼ ਕੱਟ ਕਰਨੀਆਂ ਪੈ ਰਹੀਆਂ। ਸਾਡੀ ਜਿਹੜੀ ਟੂਰਿਜ਼ਮ ਹੈ, ਹੌਸਪਿਟੈਲਿਟੀ ਇੰਡਸਟਰੀ ਹੈ, ਹੋਟਲ ਇੰਡਸਟਰੀ ਹੈ, ਏਵੀਏਸ਼ਨ ਇੰਡਸਟਰੀ ਹੈ, ਪੂਰੀ ਤਰ੍ਹਾਂ ਹਿੱਟ ਹੋਈ ਹੈ। ਔਰ ਬਹੁਤ ਸਾਰੇ ਸਾਡੇ ਰਾਜ ਜਿਹੜੇ ਹੈ, ਹਿਮਾਚਲ ਪ੍ਰਦੇਸ਼ ਹੈ, ਜੰਮੂ ਕਸ਼ਮੀਰ ਹੈ, ਸਾਡੇ ਨਾਰਥ ਈਸਟਰਨ ਸਟੇਟਸ ਹੈ ਜਿਹੜੇ ਟੂਰਿਜ਼ਮ ਦੇ ਉੱਤੇ ਆਧਾਰਿਤ ਹੈ, ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ। ਔਰ ਉੱਥੇ ਲੋਕਾਂ ਨੂੰ ਰੁਜ਼ਗਾਰ ਦੀ ਇੱਕ ਚਿੰਤਾ ਪੈ ਗਈ ਹੈ ਕਿ ਹੁਣ ਅੱਗੇ ਚੱਲੇਗਾ ਕਿ ਲਗਭਗ 1.25 ਟ੍ਰਿਲੀਅਨ ਦਾ ਲਾਸ ਜਿਹੜਾ ਇਕੱਲਾ ਟੂਰਿਜ਼ਮ, ਹੌਸਪਿਟੈਲਿਟੀ ਤੇ ਹੋਟਲ ਤੇ ਏਵੀਏਸ਼ਨ ਇੰਡਸਟਰੀ ਦੇ ਵਿੱਚ ਹੀ ਹੋਣ ਜਾ ਰਿਹਾ 2020 ਦੇ ਵਿੱਚ। ਸੋ ਜਿਹੜਾ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਸੁਪਨਾ ਸੀ ਕਿ ਅਸੀਂ 5 ਟ੍ਰਿਲੀਅਨ ਦੀ ਇਕੋਨਮੀ ਇਸ ਨੂੰ ਬਣਾਵਾਂਗੇ, ਉਸ ਤੇ ਇਸ ਵੇਲੇ ਪਾਣੀ ਫਿਰ ਗਿਆ ਲੱਗਾ। ਔਰ ਨਾਲ ਦੀ ਨਾਲ ਜਿਹੜੀ ਮਹੱਤਵਪੂਰਨ ਗੱਲ ਹੈ, ਸਾਡਾ ਮੈਨੂਫੈਕਚਰਿੰਗ ਸੈਕਟਰ, ਸਾਡਾ ਰੀਅਲ ਐਸਟੇਟ ਸੈਕਟਰ, ਸਾਡਾ ਅਕੋਮੋਡੇਸ਼ਨ ਸੈਕਟਰ, ਫੂਡ ਸੈਕਟਰ, ਟੂਰਿਜ਼ਮ ਸੈਕਟਰ ਪੂਰੀ ਤਰ੍ਹਾਂ ਅਫੈਕਟ ਹੋਇਆ। ਔਰ ਉਹਦਾ ਅਸਰ ਇਹ ਹੋਇਆ ਕਿ ਸਾਡੀ ਜਿਹੜੀ ਵਰਕ ਆਵਰਸ ਨੇ, ਜਿਹੜੇ ਲੇਬਰ ਦੇ ਵਰਕ ਆਵਰਸ ਨੇ ਜਾਂ ਕੰਮ ਕਰਨ ਦੇ ਘੰਟੇ ਆ, ਉਹਨਾਂ ਦੇ ਵਿੱਚ ਵੀ 10.5% ਦੀ ਕਮੀ ਆਈ ਹੈ। ਔਰ ਸਾਡੀ ਵਸੋਂ ਦਾ ਜਿਹੜਾ ਬਹੁਤ ਵੱਡਾ ਹਿੱਸਾ 25.7% ਇਨ ਰੂਰਲ ਏਰੀਆ ਔਰ 13.7% ਇਨ ਅਰਬਨ ਏਰੀਆ ਜਿਹੜਾ ਉਹ ਪਾਵਰਟੀ ਲਾਈਨ ਦੇ ਥੱਲੇ ਰਹਿੰਦਾ। ਔਰ ਉਹ ਬੁਰੀ ਤਰ੍ਹਾਂ ਉਸ ਨੂੰ ਪ੍ਰਭਾਵਿਤ ਕੀਤਾ। ਪਿਛਲੀ ਸਰਕਾਰ ਨੇ, ਜਿਹੜੀ ਸਾਡੀ ਕੇਂਦਰ ਸਰਕਾਰ ਹੈ, ਪਿਛਲੇ ਕਾਰਜਕਾਲ ਦੇ ਵਿੱਚ ਔਰ ਇਸ ਕਾਰਜਕਾਲ ਦੇ ਵਿੱਚ ਵੀ ਉਹਨਾਂ ਨੇ ਸਟਾਰਟਅਪ ਦੀਆਂ ਜਿਹੜੀਆਂ ਬਹੁਤ ਸਾਰੀਆਂ ਸਕੀਮਸ ਸ਼ੁਰੂ ਕੀਤੀਆਂ ਸੀ। ਬਹੁਤ ਸਾਰੇ ਨੌਜਵਾਨਾਂ ਨੇ ਸਟਾਰਟਅਪ ਸ਼ੁਰੂ ਕੀਤੇ ਸੀ, ਉਹ ਲਗਭਗ ਖਤਮ ਹੋਣ ਦੇ ਕਗਾਰ ਦੇ ਵਿੱਚ ਆ ਗਏ। ਔਰ ਸਾਡੀ ਜਿਹੜੀ 130 ਕਰੋੜ ਦੀ ਜਿਹੜੀ ਪਾਪੂਲੇਸ਼ਨ ਹੈ ਉਹਦੇ ਵਿੱਚੋਂ 25 ਕਰੋੜ ਸਾਡੇ ਮਨਰੇਗਾ ਵਰਕਰ ਨੇ।
ਜਿਹੜੇ ਕਿ ਕੁਝ ਵੀ ਅਰਨ ਨਹੀਂ ਕਰ ਪਾ ਰਹੇ ਸੀ ਇਹਨਾਂ ਬ੍ਰੇਕਡਾਊਨ ਦੀ ਸਥਿਤੀ ਦੇ ਵਿੱਚ। ਸੋ ਇਹ ਇੱਕ ਕਰੋਨਾ ਦਾ ਆਊਟਬ੍ਰੇਕ ਸਾਡੀ ਆਰਥਿਕਤਾ ਦੇ ਉੱਤੇ ਹੋਇਆ, ਜਿਹਦੇ ਨਾਲ ਸਾਡੇ ਸਾਰੇ ਸੈਕਟਰ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਜੀ। ਔਰ ਇਹਦੇ ਬਾਰੇ ਹੁਣ ਸਾਨੂੰ ਇੱਕ ਸੋਚਣ ਦੀ ਜ਼ਰੂਰਤ ਹੈ। ਇਹ ਤਾਂ ਸੀ ਕਿ ਕਰੋਨਾ ਮਹਾਮਾਰੀ ਦਾ ਸਾਡੀ ਆਰਥਿਕਤਾ ਨੂੰ ਕੀ ਮਾਰ ਪਈ ਹੈ, ਸਾਡੀ ਆਰਥਿਕਤਾ ਖਤਰੇ ਦੇ ਵਿੱਚ ਆ ਗਈ ਹੈ, ਸਾਨੂੰ ਸਟ੍ਰੈਟਜੀਜ਼ ਬਦਲਣੀਆਂ ਪੈਣੀਆਂ ਕਿਉਂਕਿ ਸਾਡਾ ਰੁਜ਼ਗਾਰ ਖਤਰੇ ਦੇ ਵਿੱਚ ਆ ਗਿਆ, ਸਾਨੂੰ ਰਹਿਣ ਸਹਿਣ ਦੇ ਢੰਗ ਤਰੀਕੇ ਬਦਲਣੇ ਪੈਣੇ ਆ, ਸਾਨੂੰ ਹੋਰ ਬਹੁਤ ਸਾਰੇ ਬਦਲਾਵ ਆਪਣੇ ਜੀਵਨ ਯਾਪਨ ਦੇ ਵਿੱਚ ਆਪਣੀ ਆਰਥਿਕਤਾ ਦੇ ਵਿੱਚ ਕਰਨੇ ਪੈਣੇ ਆ ਜੇ ਅਸੀਂ ਇਸ ਤੋਂ ਬਚਣਾ ਚਾਹੁੰਦੇ ਹਾਂ। ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਕੋਵਿਡ ਦਾ ਹੁਣੇ ਹੀ ਕੋਈ ਨਾ ਕੋਈ ਵੈਕਸੀਨ ਲੱਭ ਜਾਏਗਾ ਔਰ ਅਸੀਂ ਇਹਦੇ ਵਿੱਚੋਂ ਨਿਕਲ ਆਵਾਂਗੇ। ਹਾਲੇ ਇਹਦੇ ਲਈ ਸਾਨੂੰ ਬਹੁਤ ਇੰਤਜ਼ਾਰ ਕਰਨਾ ਪੈਣਾ, ਲੇਕਿਨ ਸਾਡੀ ਆਰਥਿਕਤਾ ਬਹੁਤਾ ਇੰਤਜ਼ਾਰ ਨਹੀਂ ਕਰ ਸਕਦੀ। ਸਾਡੇ ਪਾਸ ਚੁਆਇਸ ਹੈ ਕਿ ਅਸੀਂ ਕਰੋਨਾ ਦੇ ਨਾਲ ਜਿਉਣਾ ਜਾਂ ਕਰੋਨਾ ਨਾਲ ਮਰ ਜਾਣਾ। ਸੋ ਦੋਨਾਂ ਦੇ ਵਿੱਚੋਂ ਇੱਕ ਚੁਆਇਸ ਸਾਨੂੰ ਲੈਣੀ ਪੈਣੀ ਹੈ। ਸੋ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਹੈ। ਉਹਦੇ ਲਈ ਉਪਾਅ ਇੱਕ ਇੰਡੀਵਿਜੂਅਲ ਤੋਂ ਲੈ ਕੇ ਪੂਰੇ ਵਿਸ਼ਵ ਤੱਕ ਔਰ ਇੱਕ ਇੰਸਟੀਟਿਊਸ਼ਨ ਲੈਵਲ ਤੱਕ ਕੀ ਕੀਤੇ ਜਾਣੇ ਚਾਹੀਦੇ ਆ, ਇਹ ਮੇਰਾ ਖਿਆਲ ਹੈ ਇਸ ਵੇਲੇ ਸਾਡੇ ਸਾਹਮਣੇ ਸਵਾਲ ਬਣਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਸਾਨੂੰ ਬਹੁਤ ਚੀਜ਼ਾਂ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਇੱਕ ਸਿਰਫ ਕਰੋਨਾ ਨੇ ਸਾਨੂੰ ਜਾਨੋਂ ਨਹੀਂ ਮਾਰਨਾ, ਪਰ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅਸਰ ਉਹਨੇ ਪਾ ਦਿੱਤਾ ਹੋਇਆ ਔਰ ਪਏਗਾ ਵੀ, ਕਿਉਂਕਿ ਸਾਨੂੰ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਕੀ ਹੋਏਗਾ, ਆਉਣ ਵਾਲਾ ਭਵਿੱਖ ਕੀ ਹੈ ਔਰ ਇਹਦੇ ਕੀ ਅੰਜਾਮ ਹੋ ਸਕਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਹੁਣੇ ਤੋਂ ਹੀ ਪਲਾਨ ਕਰਨੀਆਂ ਸ਼ੁਰੂ ਕਰਨੀਆਂ ਪੈਣੀਆਂ ਸਾਨੂੰ। ਸੋ ਡਾਕਟਰ ਸਾਹਿਬ, ਤੁਹਾਡੇ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਦੀਆਂ ਸਟ੍ਰੈਟੇਜੀਜ਼ ਅਸੀਂ ਅਪਣਾ ਸਕਦੇ ਹਾਂ। ਫਿਲਹਾਲ ਪ੍ਰੋਗਰਾਮ ਦੇ ਵਿੱਚ ਗੀਤ ਨੂੰ ਸ਼ਾਮਿਲ ਕਰਦੇ ਹਾਂ ਤੇ ਗੀਤ ਤੋਂ ਬਾਅਦ ਹੋਰ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਲਵਾਂਗੇ। ਬਿਲਕੁਲ ਜੀ। मैं गोल हूँ दुनिया गोल, मैं गोल हूँ दुनिया गोल, जो बोलूं खोल दूं सबकी पोल। ये पैसा बोलता है, ये पैसा बोलता है, ये पैसा बोलता है, ये पैसा बोलता है। ਅੱਜ ਦਾ ਖਾਸ ਪ੍ਰੋਗਰਾਮ ਕਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ, ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ, ਤੇ ਇਸ ਵਿਸ਼ੇ ਤੇ ਜਾਣਕਾਰੀ ਸਾਨੂੰ ਦੇ ਰਹੇ ਨੇ ਡਾਕਟਰ ਅਸ਼ਵਨੀ ਭੱਲਾ, ਜੋ ਕਿ ਪ੍ਰੋਫੈਸਰ ਨੇ SCT ਗਵਰਨਮੈਂਟ ਕਾਲਜ ਲੁਧਿਆਣਾ ਦੇ ਤੇ ਨਾਲ ਹੀ PCMA ਦੇ ਵਿੱਚ ਪ੍ਰੈਜ਼ੀਡੈਂਟ ਨੇ। ਸੋ ਡਾਕਟਰ ਸਾਹਿਬ, ਗੀਤ ਤੋਂ ਬਾਅਦ ਪਹਿਲਾਂ ਅਸੀਂ ਗੱਲ ਕੀਤੀ ਕਿ ਆਰਥਿਕਤਾ ਦੇ ਉੱਤੇ ਬਹੁਤ ਇਹਦਾ ਗਹਿਰਾ ਪ੍ਰਭਾਵ ਪਿਆ, ਕਈ ਖੇਤਰ ਜਿਹੜੇ ਨੇ ਉਹਨਾਂ ਦੇ ਉੱਤੇ ਇਹਨੇ ਕਾਫੀ ਅਸਰ ਕੀਤਾ ਹੈ ਕੋਵਿਡ-19 ਨੇ। ਸੋ ਕਰੋਨਾ ਦਾ ਇਕਨੋਮਿਕ ਗਰੋਥ ਦੀ ਜੇ ਮੈਂ ਗੱਲ ਕਰਾਂ ਕਿ ਇਹਦੇ 'ਚ ਵਾਧਾ ਹੋਇਆ ਜਾਂ ਘਾਟਾ ਹੋਇਆ, ਅਕਸਰ ਘਾਟੇ ਦੀ ਹੀ ਗੱਲ ਕਰਾਂਗੇ ਕਿਉਂਕਿ ਜਿਹੜਾ ਇਕਨੋਮੀ ਹੈ ਸਾਡੀ ਜੇ ਡਿੱਗੀ ਹੈ ਤਾਂ ਉਹਦੇ ਨਾਲ ਇਕਨੋਮਿਕ ਗਰੋਥ ਵੀ ਘਟੀ ਹੋਏਗੀ, ਸੁਭਾਵਿਕ ਹੈ। ਬਿਲਕੁਲ ਬਿਲਕੁਲ ਜੀ, ਸ਼ੁਕਰੀਆ ਮੈਡਮ ਦੁਬਾਰਾ ਜੁੜਨ ਦੇ ਵਾਸਤੇ ਜੀ। ਤੋ ਜਿੱਥੋਂ ਤੱਕ ਕਰੋਨਾ ਦਾ ਸਾਡੀ ਆਰਥਿਕਤਾ ਦੇ ਉੱਤੇ ਅਸਰ ਹੈ ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ। ਹੁਣ ਅਸੀਂ ਗੱਲ ਕਰਾਂਗੇ ਕਿ ਲਾਕਡਾਊਨ ਤੋਂ ਬਾਅਦ ਕੀ ਸਥਿਤੀ ਪੈਦਾ ਹੋਣ ਵਾਲੀ ਹੈ ਔਰ ਉਹਦੇ ਲਈ ਅੱਗੇ ਅਸੀਂ ਸਟ੍ਰੈਟਜੀ ਕੀ ਤਿਆਰ ਕਰਨੀ ਹੈ ਜੀ। ਸਭ ਤੋਂ ਪਹਿਲਾਂ ਤੇ ਜੇ ਮੈਂ ਵਰਲਡ ਬੈਂਕ ਦੀ ਰਿਪੋਰਟ ਦੀ ਗੱਲ ਕਰਾਂ ਤਾਂ ਵਰਲਡ ਬੈਂਕ ਦੀ ਇੱਕ ਲੇਬਰ ਸਪਲਾਈ ਬਾਰੇ ਰਿਪੋਰਟ ਹੈ ਕਿ ਜਿਹੜੀ ਕਰੋਨਾ ਤੋਂ ਬਾਅਦ ਲੇਬਰ ਸਪਲਾਈ ਦਾ ਇੱਕ ਬਹੁਤ ਵੱਡਾ ਕ੍ਰਾਈਸਿਸ ਜਿਹੜਾ ਉਹ ਪੈਦਾ ਹੋਣ ਵਾਲਾ। ਅਸੀਂ ਲੁਧਿਆਣੇ ਦੇ ਵਿੱਚ ਵੀ ਦੇਖਿਆ ਕਿ ਸਾਡੀ ਜਿਹੜੀ ਲੇਬਰ ਸੀਗੀ ਆਪਣੇ ਆਪਣੇ ਸਥਾਨਾਂ ਨੂੰ ਵਾਪਸ ਚਲੀ ਗਈ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਹਾਲੇ ਵਾਪਸ ਵੀ ਨਹੀਂ ਆਏ। ਸੋ ਲੇਬਰ ਦਾ ਇੱਕ ਕ੍ਰਾਈਸਿਸ ਜਿਹੜਾ ਇੰਡਸਟਰੀ ਵਾਸਤੇ ਔਰ ਸਰਵਿਸਿਜ਼ ਸੈਕਟਰ ਵਾਸਤੇ ਇੱਕ ਮੇਜਰ ਕ੍ਰਾਈਸਿਸ ਹੋਣ ਜਾ ਰਿਹਾ ਔਰ ਨਾ ਸਿਰਫ ਇੰਡਸਟਰੀ ਵਾਸਤੇ ਬਲਕਿ ਐਗਰੀਕਲਚਰ ਸੈਕਟਰ ਵਾਸਤੇ ਵੀ ਇਹਦਾ ਬਹੁਤ ਵੱਡਾ ਪ੍ਰਭਾਵ ਪਵੇਗਾ ਕਿਉਂਕਿ ਹੁਣ ਅਸੀਂ ਝੋਨੇ ਦੀ ਬਿਜਾਈ ਕਰਨੀ ਹੈ। ਜੇ ਐਗਰੀਕਲਚਰ ਸਾਡੀ ਇਫੈਕਟ ਹੁੰਦੀ ਹੈ, ਇੰਡਸਟਰੀ ਇਫੈਕਟ ਹੁੰਦੀ ਹੈ ਤੇ ਕੰਸੀਕੁਐਂਟਲੀ ਇਹਦੇ ਨਾਲ ਸਾਡੀ ਆਰਥਿਕਤਾ ਤੇ ਬਹੁਤ ਵੱਡਾ ਅਸਰ ਪਏਗਾ ਕਿਉਂਕਿ ਇਹਦੇ ਨਾਲ ਲੇਬਰ ਦੀ ਅਵੇਲੇਬਿਲਿਟੀ ਹੋਣ ਦੇ ਨਾਲ ਨਾ ਹੋਣ ਦੇ ਨਾਲ ਜੇਕਰ ਇੰਡਸਟਰੀ ਸਾਡੀ ਪੂਰੀ ਤਰ੍ਹਾਂ ਚੱਲ ਨਹੀਂ ਪਾਉਂਦੀ ਤਾਂ ਸਾਡੀ ਜਿਹੜੀ ਟ੍ਰੇਡ ਕਾਸਟ ਹੈ ਦੈਟ ਇਜ਼ ਗੋਇੰਗ ਟੂ ਇਨਕਰੀਜ਼ ਜੀ। ਜੇ ਮੈਂ ਹੋਟਲ ਤੇ ਏਵੀਏਸ਼ਨ ਸੈਕਟਰ ਦੀ ਗੱਲ ਕਰਾਂ ਤੇ ਅੱਜ ਕੱਲ੍ਹ ਜੋ ਸਥਿਤੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਏਵੀਏਸ਼ਨ ਦੇ ਵਿੱਚ ਵੀ ਸਾਡੀ ਜਿਹੜੀ ਆਕੂਪੈਂਸੀ ਲੈਵਲ ਹੈ ਉਹ 30% ਤੋਂ ਵੀ ਘੱਟ ਹੈ। ਇਹਦਾ ਮਤਲਬ ਹੈ ਅਸੀਂ ਏਵੀਏਸ਼ਨ ਨੂੰ ਚਲਾ ਨਹੀਂ ਸਕਦੇ। ਦੂਸਰੀ ਗੱਲ, ਸਾਡੇ ਹੋਟਲ ਜਿਹੜੇ ਹੈ ਉਹਨਾਂ ਦੇ ਵਿੱਚ ਵੀ ਆਕੂਪੈਂਸੀ ਬਿਲਕੁਲ ਨਾਮ ਮਾਤਰ ਹੈ। ਉਹਨਾਂ ਦੀ ਮੇਨਟੇਨੈਂਸ ਕਾਸਟ ਸਾਨੂੰ ਬੀਅਰ ਕਰਨੀ ਪੈਣੀ ਹੈ ਔਰ ਸਾਡੀ ਜਿਹੜੀ ਸਮਾਲ ਸਕੇਲ ਇੰਡਸਟਰੀਜ਼ ਹੈ ਜੇਕਰ ਉਹ ਬ੍ਰੇਕ ਈਵਨ ਪੁਆਇੰਟ ਤੋਂ ਵੀ ਥੱਲੇ ਰੈਵਨਿਊ ਅਰਨ ਕਰ ਰਹੀ ਹੈ ਤੇ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੋਏਗਾ ਕਿ ਅਸੀਂ ਉਹਨੂੰ ਫॉर द ਟਾਈਮ ਬੀਇੰਗ ਬੰਦ ਕਰ ਦਈਏ ਕਿਉਂਕਿ ਜੇ ਸਾਡਾ ਰੈਵਨਿਊ ਸਾਡੀ ਫਿਕਸ ਕਾਸਟ ਨੂੰ ਵੀ ਕਵਰ ਨਹੀਂ ਕਰ ਰਿਹਾ ਤਾਂ ਦਿਸ ਇਜ਼ ਗੋਇੰਗ ਟੂ ਬੀ ਅ ਸ਼ਟ ਡਾਊਨ ਇਨ ਦਾ ਇੰਡਸਟਰੀ। ਸੋ ਇਹ ਇੱਕ ਮੈਨੂੰ ਜੋ ਥ੍ਰੈਟ ਹੈ ਉਹ ਨਜ਼ਰ ਆ ਰਿਹਾ ਜਿਹੜਾ ਕਿ ਹਾਲੇ ਲਾਗਲੇ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਦੂਸਰੀ ਚੀਜ਼ ਜਿਹੜੀ ਹੈ ਕਰੋਨਾ ਦੇ ਦੌਰਾਨ ਲੋਕਾਂ ਨੇ ਆਪਣੇ ਬਾਇੰਗ ਬਿਹੇਵੀਅਰ ਨੂੰ ਬਹੁਤ ਜ਼ਿਆਦਾ ਚੇਂਜ ਕੀਤਾ
ਉਹਨਾਂ ਦਾ ਲਾਈਫ ਸਟਾਈਲ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ, ਔਰ ਜਿਸ ਤਰ੍ਹਾਂ ਡਰ ਦਾ ਮਾਹੌਲ ਬਣਿਆ ਹੋਇਆ, ਪਬਲਿਕ ਜਿਹੜਾ ਹੈ ਉਹ ਉਹਨਾਂ ਦੇ ਐਕਸਪੈਂਡੀਚਰ ਦੇ ਵਿੱਚ ਵੀ ਘੱਟ ਹੋਣ ਜਾ ਰਿਹਾ ਹੈ। ਔਰ ਜਿਹੜੇ ਐਸਟੀਮੇਟ ਸਰਵੇਜ਼ ਆ ਰਹੇ ਆ ਉਹਨਾਂ ਦੇ ਮੁਤਾਬਕ ਪਬਲਿਕ ਜਿਹੜੀ ਹੈ ਉਹ ਆਪਣੇ ਖਰਚੇ ਦੇ ਵਿੱਚ 60% ਤੱਕ ਕਟੌਤੀ ਕਰੇਗੀ। ਔਰ ਜੇਕਰ ਪਬਲਿਕ ਕਟੌਤੀ ਕਰਦੀ ਹੈ ਤਾਂ ਸਿੱਧਾ ਇੰਪੈਕਟ ਸਾਡੀ ਇੰਡਸਟਰੀ ਦੇ ਉੱਤੇ, ਸਾਡੇ ਸਰਵਿਸ ਸੈਕਟਰ ਦੇ ਉੱਤੇ ਪੈਂਦਾ ਜੀ। ਔਰ ਜਿਹੜਾ ਬਾਕੀ ਦਾ 40% ਵੀ ਆਪਣੇ ਰੈਵਨਿਊ ਦੇ ਵਿੱਚੋਂ ਖਰਚ ਕਰਨਗੇ, ਉਹ ਆਪਣੀਆਂ ਡੇਲੀ ਨੀਡ ਜਿਵੇਂ ਗਰੋਸਰੀ ਆਈਟਮਸ ਹੈ, ਮੇਜਰ ਸ਼ਿਫਟ ਜਿਹੜਾ ਹੈ ਉਹ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਨਜ਼ਰ ਆਏਗਾ। ਸੋ ਦਿਸ ਇਜ਼ ਗੋਇੰਗ ਟੂ ਹਿੱਟ ਅਵਰ ਇੰਡਸਟਰੀ। ਇਹਦੇ ਬਾਰੇ ਹੁਣ ਸਾਨੂੰ ਸੋਚਣਾ ਪੈਣਾ ਹੈ ਕਿ ਸਾਡੀ ਜਿਹੜੀ ਡਿਮਾਂਡ ਐਂਡ ਸਪਲਾਈ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਅਸੀਂ ਬੈਲੈਂਸ ਕਿਵੇਂ ਲਿਆਈਏ ਕਿ ਸਾਡੀ ਇੰਡਸਟਰੀ ਵੀ ਚੱਲਦੀ ਰਹੇ, ਬ੍ਰੇਕ ਈਵਨ ਪੁਆਇੰਟ ਤੋਂ ਉੱਪਰ ਚੱਲਦੀ ਰਹੇ, ਔਰ ਜਿਹਦੇ ਨਾਲ ਸਾਡੇ ਖਰਚੇ ਪੂਰੇ ਹੁੰਦੇ ਜਾਣ, ਤਾਂ ਕਿ ਜਦ ਤੱਕ ਇਹ ਨਾਰਮਲਾਈਜੇਸ਼ਨ ਨਹੀਂ ਹੁੰਦੀ ਤਦ ਤੱਕ ਅਸੀਂ ਇਹਦੇ ਬਾਰੇ ਕੁਝ ਸੋਚ ਸਕੀਏ ਜੀ। ਇੱਥੇ ਮੈਨੂੰ ਹੁਣ ਰਤਨ ਟਾਟਾ ਜੀ ਦੀ ਇੱਕ ਬਹੁਤ ਵਧੀਆ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਇਹਦੇ ਬਾਰੇ ਵਿੱਚ, ਉਹਦੇ ਤੇ ਸ਼ਾਇਦ ਨਜ਼ਰਸਾਨੀ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਸਾਲ 2020 ਹੈ ਉਹ ਲਾਭ ਕਮਾਉਣ ਦਾ ਸਾਲ ਨਹੀਂ, ਇਟਸ ਨਾਟ ਐਨ ਈਅਰ ਆਫ ਪ੍ਰੋਫਿਟ, ਪਰ ਇਹ ਸਾਲ ਜਿਹੜਾ ਹੈ ਉਹ ਸੈਕਰੀਫਾਈਸ ਕਰਨ ਦਾ ਔਰ ਲਾਈਫ ਨੂੰ ਅਰਥ ਦੇ ਉੱਤੇ ਬਚਾਉਣ ਦਾ। ਸੋ ਸਾਡੇ ਜਿਹੜੇ ਪੈਰਾਮੀਟਰਸ ਨੇ, ਜਦੋਂ ਅਸੀਂ ਇਕਨੋਮਿਕ ਗਰੋਥ ਦੀ ਗੱਲ ਕਰਦੇ ਹਾਂ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਸਾਡੀ GDP ਵਧੀ ਹੈ ਕਿ ਨਹੀਂ, ਸਾਡਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਵਧਿਆ ਕਿ ਨਹੀਂ ਵਧਿਆ, ਉਹਦੇ ਆਧਾਰ ਤੇ ਅਸੀਂ ਤੈਅ ਕਰਦੇ ਹਾਂ ਕਿ ਸਾਡਾ ਇਕਨੋਮਿਕ ਗਰੋਥ ਹੋ ਰਿਹਾ ਕਿ ਨਹੀਂ ਹੋ ਰਿਹਾ। ਔਰ ਮੈਨੂੰ ਲੱਗਦਾ ਹੈ ਕਿ ਰਤਨ ਟਾਟਾ ਜੀ ਦੀ ਇਸ ਸਟੇਟਮੈਂਟ ਦੇ ਉੱਤੇ ਜੇ ਅਸੀਂ ਨਜ਼ਰਸਾਨੀ ਕਰਨੀ ਹੈ ਤਾਂ ਸਾਨੂੰ ਇਕਨੋਮਿਕ ਗਰੋਥ ਦੇ ਪੈਰਾਮੀਟਰਸ ਨੂੰ ਰੀਡਿਫਾਈਨ ਕਰਨਾ ਪਏਗਾ। ਇਕਨੋਮਿਕ ਗਰੋਥ ਦੇ ਜਿਹੜੇ ਪੈਰਾਮੀਟਰਸ ਹੈ ਉਹ ਪਰਸੈਂਟੇਜ ਗਰੋਥ ਇਨ GDP ਹੁਣ ਕਦੇ ਨਹੀਂ ਹੋ ਸਕਦੇ। ਸਾਨੂੰ ਸੋਚਣਾ ਪਏਗਾ ਕਿ in terms of happiness and health index of the citizens ਕਿ ਉਹਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ, ਲੋਕਾਂ ਦੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ, ਉਹਨਾਂ ਦੀ ਕੁਆਲਿਟੀ ਆਫ ਹਿਊਮਨ ਰਿਸੋਰਸਿਸ ਦੇ ਵਿੱਚ ਵਾਧਾ ਹੋਇਆ ਕਿ ਨਹੀਂ ਹੋਇਆ, ਜਾਂ ਉਹਨਾਂ ਦੀ ਇਮਿਊਨਿਟੀ ਦੇ ਵਿੱਚ ਅਸੀਂ ਕਿੰਨਾ ਕੁ ਵਾਧਾ ਕਰ ਸਕੇ ਹਾਂ ਤਾਂ ਕਿ ਇਹ ਕਰੋਨਾ ਵਰਗੀਆਂ ਜਿਹੜੀਆਂ ਪਰਿਸਥਿਤੀਆਂ ਨੇ ਉਹਨੂੰ ਅਸੀਂ ਬਦਲ ਸਕੀਏ। ਹੁਣ ਸਵਾਲ ਸਾਡੇ ਸਾਹਮਣੇ ਆਉਂਦਾ ਕਿ ਸਾਡੇ ਪਾਸ ਸਟ੍ਰੈਟਜੀਜ਼ ਕੀ ਨੇ, ਸਾਡੇ ਜਿਹੜੇ ਇੰਡਸਟਰੀ ਲੀਡਰਸ ਨੇ, ਸਾਡੇ ਜਿਹੜੇ ਸਰਵਿਸ ਇੰਡਸਟਰੀ ਦੇ ਲੀਡਰਸ ਨੇ, ਸਾਡੀ ਜਿਹੜੀ ਸਰਕਾਰ ਹੈ, ਉਹਨਾਂ ਸਾਰਿਆਂ ਨੂੰ ਮਿਲ ਬੈਠ ਕੇ ਇੱਕ ਗਰੋਥ ਸਟ੍ਰੈਟਜੀ ਤੈਅ ਕਰਨੀ ਪੈਣੀ ਹੈ। ਕਿਉਂਕਿ ਸਾਨੂੰ ਬਿਜ਼ਨਸਮੈਨ ਨੂੰ ਵੀ ਇਹ ਸੋਚਣਾ ਪੈਣਾ ਕਿ ਦੇ ਹੈਵ ਟੂ ਸ਼ੇਅਰ ਦਾ ਪ੍ਰੋਫਿਟਸ ਵਿਦ ਦਾ ਕਸਟਮਰਸ ਐਂਡ ਅਦਰ ਸਟੇਕ ਹੋਲਡਰਸ, ਕਿਉਂਕਿ ਕੱਲਿਆਂ ਹੁਣ ਜੇ ਲਾਭ ਕਮਾਉਣ ਦੀ ਅਸੀਂ ਸੋਚਾਂਗੇ ਤਾਂ ਇਕਨੋਮੀ ਦੇ ਵਿੱਚ ਉਹ ਬਦਲਾਵ ਨਹੀਂ ਆ ਸਕਣੇ ਜੋ ਬਦਲਾਵ ਅਸੀਂ ਚਾਹੁੰਦੇ ਹਾਂ। ਸਾਨੂੰ ਇੱਕ ਟੈਕਸ ਪੇਅਰ ਦੇ ਤੌਰ ਦੇ ਉੱਤੇ ਇਮਾਨਦਾਰੀ ਵਰਤਣੀ ਪਏਗੀ, ਸਾਨੂੰ এনवायरमेंटली ਸੇਫ ਪ੍ਰੋਡਕਟਸ ਐਂਡ ਸਰਵਿਸਿਜ਼ ਵੱਲ ਜਾਣਾ ਪਏਗਾ। ਸਾਡੀ ਜਿਹੜੀ ਪ੍ਰਾਈਸਿੰਗ ਸਿਸਟਮ ਹੈ, ਪ੍ਰੋਡਕਟਸ ਐਂਡ ਸਰਵਿਸਿਜ਼ ਦੀ ਜਿਹੜੀ ਅਸੀਂ ਪ੍ਰਾਈਸਿੰਗ ਤੈਅ ਕਰਦੇ ਹਾਂ ਉਹਦੇ ਉੱਪਰ ਵੀ ਸਾਨੂੰ ਨਜ਼ਰਸਾਨੀ ਕਰਨੀ ਪਏਗੀ। ਸਾਨੂੰ ਐਫੀਸ਼ੀਐਂਟ ਪ੍ਰਾਈਸਿੰਗ ਵਿਚ ਸੂਟਸ ਆਲ ਸਟੇਕ ਹੋਲਡਰਸ ਉਹਦੇ ਵੱਲ ਜਾਣਾ ਪਏਗਾ। ਜਿਵੇਂ ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਹੁਣ ਆਤਮ ਨਿਰਭਰਤਾ ਵੱਲ ਵਧਣਾ ਪੈਣਾ ਹੈ। ਮੈਂ ਦੇਖ ਰਿਹਾ ਕਿ ਸਾਡੀ ਜਿਹੜੀ ਲੁਧਿਆਣਾ ਦੀ ਇੰਡਸਟਰੀ ਹੈ ਜਾਂ ਸਾਡੀ ਨਾਰਥ ਇੰਡੀਆ ਦੇ ਵਿੱਚ ਜਿਹੜੀ ਇੰਡਸਟਰੀ ਹੈ ਉਹ ਬਹੁਤੀ ਜਿਹੜੀ ਟੈਕਨੋਲੋਜੀ ਹੈ ਉਹ ਇੰਪੋਰਟ ਕਰਦੇ ਹੈ, ਚਾਹੇ ਉਹ ਚਾਈਨਾ ਤੋਂ ਹੈ ਚਾਹੇ ਉਹ ਜਾਪਾਨ ਤੋਂ ਹੈ। ਹੁਣ ਸਾਨੂੰ ਇੰਡੀਜੀਨੀਅਸ ਟੈਕਨੋਲੋਜੀ ਵੱਲ ਆਉਣਾ ਪੈਣਾ, ਕਿਉਂਕਿ ਜੇ ਸਾਡਾ ਇੰਪੋਰਟ ਬਿੱਲ ਵੱਧਦਾ ਜਾਏਗਾ ਤਾਂ ਅਸੀਂ ਸਰਵਾਈਵ ਨਹੀਂ ਕਰ ਪਾਵਾਂਗੇ। ਸਾਨੂੰ ਲੋਕਲ MSMEs ਜਿਹੜੀਆਂ ਉਹਦੀ ਆਵਾਜ਼ ਬਣਨਾ ਪਏਗਾ, ਉਹਨੂੰ ਮਹੱਤਤਾ ਦੇਣੀ ਪਏਗੀ, ਤਾਂ ਹੀ ਅਸੀਂ ਜਿਹੜਾ ਉਹ ਅੱਗੇ ਸਰਵਾਈਵ ਕਰ ਸਕਦੇ ਹਾਂ। ਸਾਨੂੰ ਪੋਸੀਬਿਲਿਟੀ ਐਕਸਪਲੋਰ ਕਰਨੀ ਪਏਗੀ ਕਿ ਜਿਹੜਾ ਰॉ ਮਟੀਰੀਅਲ ਅਸੀਂ ਦੂਸਰੇ ਦੇਸ਼ਾਂ ਤੋਂ ਮੰਗਵਾਉਂਦੇ ਹਾਂ ਉਹ ਲੋਕਲ ਰॉ ਮਟੀਰੀਅਲ ਅਸੀਂ ਉਹਨੂੰ ਯੂਜ਼ ਕਰੀਏ, ਉਹਦੀ ਕੁਆਲਿਟੀ ਔਰ ਗੁਣਵੱਤਾ ਦੇ ਵਿੱਚ ਥੋੜਾ ਵਾਧਾ ਕਰ ਸਕੀਏ। ਕਿਉਂਕਿ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਜੇ ਅਸੀਂ ਇਹ ਸਟ੍ਰੈਟਜੀ ਨਹੀਂ ਅਪਣਾਉਂਦੇ, ਕਿਉਂਕਿ ਕਰੋਨਾ ਦੀ ਸਥਿਤੀ ਇਹ ਹੈ ਕਿ ਜੇ ਲਾਕਡਾਊਨ ਕੰਟੀਨਿਊ ਰਹਿੰਦਾ ਤਾਂ ਲੋਕ ਭੁੱਖਮਰੀ ਨਾਲ ਮਰ ਜਾਣਗੇ, ਤੇ ਜੇ ਲਾਕਡਾਊਨ ਨੂੰ ਖੋਲ ਦਿੱਤਾ ਤਾਂ ਕਰੋਨਾ ਦੇ ਨਾਲ ਲੋਕ ਪ੍ਰਭਾਵਿਤ ਹੋਣਗੇ। ਸਾਨੂੰ ਇੱਕ ਬੈਲੈਂਸਿੰਗ ਵਿਊ ਜਿਹੜਾ ਹੈ, ਬੈਲੈਂਸ ਸਟ੍ਰੈਟਜੀ ਅਡਾਪਟ ਕਰਨੀ ਪਏਗੀ। ਸਾਨੂੰ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨਾ ਪੈਣਾ। ਮੈਂ ਇੱਥੇ ਨਾਰਾਇਣ ਮੂਰਤੀ ਜੀ ਦੀ ਸਟੇਟਮੈਂਟ ਦੇ ਤੋਂ ਬਹੁਤ ਪ੍ਰਭਾਵਿਤ ਹਾਂ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਕਰੋਨਾ ਨੂੰ ਇੱਕ ਨਿਊ ਨਾਰਮਲ ਦੀ ਤਰ੍ਹਾਂ ਐਕਸੈਪਟ ਕਰਨਾ ਪਏਗਾ, ਅਦਰਵਾਈਜ਼ ਇਫ ਲਾਕਡਾਊਨ ਕੰਟੀਨਿਊ ਤਾਂ ਜਿਹੜੇ ਭੁੱਖਮਰੀ ਹੈ ਉਹ ਲੋਕਾਂ ਨੂੰ ਮਾਰ ਦੇਗੀ। ਸੋ ਇੱਕ ਬੈਲੈਂਸਿੰਗ ਵਿਊ ਲੈਂਦਿਆਂ ਹੋਇਆ ਸਾਨੂੰ ਸਟ੍ਰੈਟਜੀਜ਼ ਜਿਹੜੀਆਂ ਉਹ ਅਡਾਪਟ ਕਰਨੀਆਂ ਪੈਣੀਆਂ, ਔਰ ਉਹਦੇ ਵਾਸਤੇ ਇੱਕ ਸਾਇੰਟੀਫਿਕ ਅਪਰੋਚ ਦੀ ਲੋੜ ਹੈ। ਕਿਉਂਕਿ ਸਾਨੂੰ ਹਿੰਦੁਸਤਾਨ ਨੂੰ ਮੇਕ ਇਨ ਇੰਡੀਆ ਦਾ ਜਿਹੜਾ ਕੰਸੈਪਟ ਭਾਰਤ ਨੂੰ ਦਿੱਤਾ ਸੀ ਸਾਡੇ ਪ੍ਰਧਾਨ ਮੰਤਰੀ ਜੀ ਦੇ, ਉਹਦੇ ਉੱਤੇ ਐਮਫੇਸਾਈਜ਼ ਕਰਨਾ ਪੈਣਾ। ਜਿਹੜੀਆਂ ਇੰਡੀਜੀਨੀਅਸ ਟੈਕਨੋਲੋਜੀਜ਼ ਨੇ ਉਹਨੂੰ ਕਮਰਸ਼ੀਅਲਾਈਜ਼ ਕਰਨਾ ਪੈਣਾ, ਔਰ ਟੈਕਨੋਲੋਜੀ ਡਰਿਵਨ ਟਰਾਂਸਪੇਰੈਂਟ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਸਟੈਂਥਨ ਕਰਨਾ ਪੈਣਾ। ਸਾਡਾ ਜਿਹੜਾ ਰੂਰਲ ਹੈਲਥ ਕੇਅਰ ਡਿਲੀਵਰੀ ਸਿਸਟਮ ਹੈ ਉਹਨੂੰ ਸਾਨੂੰ ਐਫੀਸ਼ੀਐਂਟ ਬਣਾਉਣਾ ਪਏਗਾ।
ਸਾਡੀਆਂ ਜਿਹੜੀਆਂ ਇੰਪੋਰਟਸ ਨੇ ਉਹਦਾ ਘੱਟ ਤੋਂ ਘੱਟ ਕਰਨਾ ਪਏਗਾ, ਔਰ ਜਿਹੜੀਆਂ ਐਮਰਜਿੰਗ ਟੈਕਨੋਲੋਜੀ ਡੋਮੇਨਸ ਹੈ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਹੁਣ ਲੋਕਾਂ ਦਾ ਇੱਕ ਡਰ ਬਣਿਆ ਹੋਇਆ, ਉਹ ਹੋਟਲ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਉਹ ਟੂਰਿਜ਼ਮ ਸੈਕਟਰ ਦੇ ਵਿੱਚ ਸੈਰ ਸਪਾਟੇ ਤੇ ਨਹੀਂ ਜਾਣਾ ਚਾਹੁੰਦੇ, ਹੋਟਲ ਤੋਂ ਜਾਂ ਢਾਬਿਆਂ ਤੋਂ ਜਾਂ ਰੈਸਟੋਰੈਂਟ ਤੋਂ ਸਮਾਨ ਨਹੀਂ ਮੰਗਵਾਉਣਾ ਚਾਹੁੰਦੇ। ਉਹਦਾ ਕਾਰਨ ਹੈ ਕਿ ਉਹਨਾਂ ਦਾ ਇੱਕ ਡਰ ਬਣਿਆ। ਜੇ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਾਂਗੇ, ਜੇ ਅਸੀਂ ਓਪਨ ਕਿਚਨ ਜਿਹੜੀਆਂ ਵਿਜ਼ੀਬਲ ਕਿਚਨਸ ਨੇ, ਟਰਾਂਸਪੇਰੈਂਟ ਕਿਚਨਸ ਹੈ, ਜਿੱਥੇ ਲੋਕ ਦੇਖ ਸਕਣ ਕਿ ਉਹਨਾਂ ਨੂੰ ਪਾਉਣ ਵਾਲਾ ਖਾਣਾ ਕਿਵੇਂ ਬਣਾਇਆ ਜਾ ਰਿਹਾ ਹੈ, ਉਹਨਾਂ 'ਚ ਕੌਨਫੀਡੈਂਸ ਬਿਲਡਿੰਗ ਮੇਜਰ ਸਾਨੂੰ ਅਡਾਪਟ ਕਰਨੇ ਪੈਣਗੇ। ਇਸ ਸਾਇੰਟਿਫਿਕ ਅਪਰੋਚ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਸੋ ਟੋਟਲ ਫੋਕਸ ਔਨ ਸਾਨੂੰ ਸੈਲਫ ਰਿਲਾਇੰਟ ਵਿਲੇਜਸ ਦੇ ਉੱਤੇ ਦੇਣਾ ਪੈਣਾ। ਸਾਡੀ ਬ੍ਰਾਂਡ ਇਕੁਇਟੀ ਨੂੰ ਸਾਨੂੰ ਰੀਡਿਫਾਈਨ ਕਰਨਾ ਪਏਗਾ। ਹਰੇਕ ਸਿਟੀਜ਼ਨ ਨੂੰ ਸਾਡੇ ਜਿਹੜੇ ਲੋਕਲ ਪ੍ਰੋਡਕਟਸ ਨੇ, ਲੋਕਲ ਮੇਡ ਪ੍ਰੋਡਕਟਸ ਐਂਡ ਸਰਵਿਸਿਜ਼ ਦਾ ਐਂਬੈਸਡਰ ਬਣਨਾ ਪਏਗਾ, ਤਾਂ ਅਸੀਂ ਆਪਣਾ ਬਚਾਅ ਕਰ ਸਕਾਂਗੇ। ਸੋ ਜਿਹੜੇ ਇੰਡੀਅਨ ਮੇਡ ਪ੍ਰੋਡਕਟਸ ਹੈ, ਦੇ ਨੀਡ ਟੂ ਬੀ ਗਿਵਨ ਮੋਰ ਇੰਪੋਰਟੈਂਸ। ਸੋ ਸਾਡਾ ਜਿਹੜਾ ਡਿਮਾਂਡ ਪੈਟਰਨ ਹੈ, ਉਹਦੇ ਉੱਤੇ ਵੀ ਸਾਨੂੰ ਬਹੁਤ ਸਾਰੇ ਬਦਲਾਵ ਕਰਨੇ ਪੈਣਗੇ। ਸਾਨੂੰ ਸਾਰਿਆਂ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਉਹ ਚੇਂਜ ਕਰਨੀ ਪਏ। ਬਿਲਕੁਲ ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਬਖੂਬੀ ਕਹੀ ਕਿ ਜਿਹੜਾ ਸੰਤੁਲਨ ਸਾਨੂੰ ਬਣਾ ਕੇ ਰੱਖਣਾ ਪਏਗਾ, ਕਿਉਂਕਿ ਸਾਨੂੰ ਨਹੀਂ ਪਤਾ ਇਹ ਬਿਮਾਰੀ ਕਿੰਨੀ ਲੰਬੀ ਚਲੇਗੀ, ਔਰ ਜੇ ਲਾਕਡਾਊਨ ਕੰਟੀਨਿਊ ਰਹਿੰਦਾ ਤਾਂ ਭੁੱਖਮਰੀ ਦੇ ਨਾਲ ਮਰ ਸਕਦੇ ਨੇ ਲੋਕ, ਜੇ ਇਹ ਲਾਕਡਾਊਨ ਖੁੱਲ ਜਾਂਦਾ ਹੈ ਤਾਂ ਕਰੋਨਾ ਦੇ ਹੇਠ ਆ ਕੇ ਮਰ ਸਕਦੇ ਨੇ। ਸੋ ਇੱਕ ਬੈਲੈਂਸ ਜਿਹੜਾ ਬਣਾ ਕੇ, ਸੰਤੁਲਨ ਬਣਾ ਕੇ ਸਾਨੂੰ ਰੱਖਣਾ ਪਏਗਾ। ਬਹੁਤ ਸਾਰੀਆਂ ਸਟ੍ਰੈਟਜੀਜ਼ ਬਾਰੇ ਤੁਸੀਂ ਗੱਲ ਕੀਤੀ, ਬਹੁਤ ਸਾਰੇ ਆਲਟਰਨੇਟਿਵਸ ਬਾਰੇ ਗੱਲ ਕੀਤੀ, ਅਪਰੋਚਸ ਸਾਨੂੰ ਦੱਸੀਆਂ। ਹੋਰ ਵੀ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨੀ ਹੈ। ਇੱਕ ਹੋਰ ਗੀਤ ਨੂੰ ਇੱਥੇ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਜਾਣਕਾਰੀ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। चोर बाजारी दोनों की पहले की आदत जो हट गई, प्यार की जो तेरी मेरी उम्र आई थी वो हट गई। दुनिया की तो फिक्र कहाँ थी, तेरी भी अब चिंता घट गई। तू भी तू है, मैं भी मैं हूँ, दुनिया सारी देखो लट गई। तू न जाने मैं ना जानू, कैसे सारी बात पलट गई। घटनी ही थी ये भी घटना, घटते घटते लो ये घट गई। ਡਾਕਟਰ ਅਸ਼ਵਨੀ ਭੱਲਾ ਇਸ ਵੇਲੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਤੇ ਉਹ ਸਾਨੂੰ ਦੱਸ ਰਹੇ ਨੇ ਕਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ, ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ ਤੇ ਕਿਵੇਂ ਰੋਜ਼ਗਾਰਾਂ ਨੂੰ ਬਚਾਉਣਾ ਹੈ ਤੇ ਕਿਵੇਂ ਜਿਹੜੇ ਖਤਰੇ 'ਚ ਪਏ ਨੇ ਕਾਰੋਬਾਰ ਉਹਨਾਂ ਨੂੰ ਬਚਾਉਣ ਦੇ ਲਈ ਕਿਹੜੀਆਂ ਸਟ੍ਰੈਟਜੀਜ਼ ਅਪਣਾਉਣੀਆਂ ਪੈਣੀਆਂ ਨੇ। ਸਾਨੂੰ ਉਸ ਬਾਰੇ ਡਾਕਟਰ ਸਾਹਿਬ ਨੇ ਸਾਨੂੰ ਬਖੂਬੀ ਜਾਣੂ ਕਰਵਾਇਆ। ਡਾਕਟਰ ਸਾਹਿਬ, ਮੁੜ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਗੀਤ ਤੋਂ ਬਾਅਦ। ਸ਼ੁਕਰੀਆ ਜੀ, ਸ਼ੁਕਰੀਆ ਜੀ। ਸੋ ਬਹੁਤ ਸਾਰੀਆਂ ਗੱਲਾਂ ਤੁਸੀਂ ਸਾਨੂੰ ਗੀਤ ਤੋਂ ਪਹਿਲਾਂ ਦੱਸੀਆਂ ਕਿ ਕਿਸ ਤਰ੍ਹਾਂ ਦੇ ਤਰੀਕੇ ਜਿਹੜੇ ਆ ਸਾਨੂੰ ਅਪਣਾਉਣੇ ਚਾਹੀਦੇ ਨੇ, ਇੱਕ ਇੰਡਸਟਰੀ ਲੀਡਰਸ ਨੂੰ ਅਪਣਾਉਣੇ ਚਾਹੀਦੇ ਨੇ ਜਾਂ ਫਿਰ ਗਵਰਨਮੈਂਟ ਨੂੰ ਅਪਣਾਉਣੇ ਚਾਹੀਦੇ ਨੇ। ਹੁਣ ਮੈਂ ਕੁਝ ਗੱਲਾਂ ਪੁੱਛਾਂਗੀ, ਕਿਉਂਕਿ ਜਦੋਂ ਵੀ ਆਪਾਂ ਕਿਸੇ ਚੀਜ਼ ਬਾਰੇ ਪਲਾਨ ਆਊਟ ਕਰਦੇ ਹਾਂ ਤਾਂ ਕੁਝ ਪ੍ਰਾਇਓਰਿਟੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਡਿਫਾਈਨ ਕਰਦੇ ਹਾਂ, ਸੈੱਟ ਕਰਦੇ ਹਾਂ, ਜਿਨ੍ਹਾਂ ਤੇ ਪਹਿਲ ਦਿੱਤੀ ਜਾਂਦੀ ਹੈ। ਸੋ ਐਜ਼ ਅ ਇੰਡੀਵਿਜੂਅਲ ਜਾਂ ਬਿਜ਼ਨਸ ਪਰਸਨ ਦੀ ਗੱਲ ਕਰਾਂ ਜਾਂ ਫਿਰ ਗਵਰਨਮੈਂਟ ਦੀ ਗੱਲ ਕਰਾਂ, ਉਹਨਾਂ ਨੂੰ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਪਲਾਨ ਆਊਟ ਕਰਨਾ ਚਾਹੀਦਾ ਤਾਂ ਕਿ ਸਾਡੀ ਆਰਥਿਕਤਾ ਜਿਹੜੀ ਹੈ ਉਹਨੂੰ ਮੁੜ ਦੁਬਾਰਾ ਲੀਹ ਤੇ ਵਾਪਸ ਲਿਆ ਜਾਵੇ? ਬਿਲਕੁਲ ਠੀਕ ਕਿਹਾ ਤੁਸੀਂ ਮੈਡਮ ਕਿ ਹੁਣ ਸਾਨੂੰ ਆਪਣੀਆਂ ਜਿਹੜੀਆਂ ਪ੍ਰਾਥਮਿਕਤਾਵਾਂ ਨੇ, ਜਿਹੜੀਆਂ ਸਾਡੀਆਂ ਪ੍ਰਾਇਓਰਿਟੀਜ਼ ਹੈ, ਉਹਨਾਂ ਨੂੰ ਰੀਡਿਫਾਈਨ ਕਰਨਾ ਪਏਗਾ ਜੀ। ਔਰ ਇਹ ਪ੍ਰਾਇਓਰਿਟੀਜ਼ ਕੇਵਲ ਗਵਰਨਮੈਂਟ ਲੈਵਲ ਤੇ ਚੇਂਜ ਕਰਨ ਦੀ ਲੋੜ ਨਹੀਂ ਹੈ। ਸਾਨੂੰ ਇੱਕ ਵਿਅਕਤੀਗਤ ਤੌਰ ਤੋਂ ਲੈ ਕੇ ਗਵਰਨਮੈਂਟ ਲੈਵਲ ਤੱਕ ਇਹ ਸਾਰਾ ਕੁਝ ਜਿਹੜੀਆਂ ਪ੍ਰਾਥਮਿਕਤਾਵਾਂ ਚੇਂਜ ਕਰਨੀਆਂ ਪੈਣੀਆਂ। ਸਾਨੂੰ ਆਪਣੇ ਘਰ ਤੋਂ ਸ਼ੁਰੂ ਹੋਣਾ ਪੈਣਾ। ਉੱਥੇ ਜੋ ਅਸੀਂ ਪ੍ਰਾਇਓਰਿਟੀਜ਼ ਪਹਿਲਾਂ ਰੱਖੀਆਂ ਹੋਈਆਂ ਸੀ ਉਹਨੂੰ ਬਦਲਣਾ ਪੈਣਾ। ਇੰਸਟੀਟਿਊਸ਼ਨ ਲੈਵਲ ਦੇ ਉੱਤੇ ਸਾਡੀਆਂ ਪ੍ਰਾਇਓਰਿਟੀਜ਼ ਚੇਂਜ ਹੋਣਗੀਆਂ ਔਰ ਇਸੇ ਤਰ੍ਹਾਂ ਸਰਕਾਰ ਪੱਧਰ ਦੇ ਉੱਤੇ ਵੀ ਸਾਡੀਆਂ ਜਿਹੜੀਆਂ ਪ੍ਰਾਇਓਰਿਟੀਜ਼ ਹੈ ਚੇਂਜ ਹੋਣਗੀਆਂ। ਸਾਨੂੰ ਆਪਣਾ ਬ੍ਰਾਂਡ ਆਪ ਬਣਨਾ ਪੈਣਾ। ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਨੂੰ ਇੰਡੀਵਿਜੂਅਲ ਲੈਵਲ ਤੇ ਕੋਈ ਵੀ ਚੀਜ਼ ਕਰਦੇ ਸਮੇਂ ਸਾਨੂੰ ਇਹ ਸੋਚਣਾ ਪੈਣਾ ਕਿ ਸਾਡਾ ਦੇਸ਼ ਸਭ ਤੋਂ ਪਹਿਲਾਂ, ਬਾਕੀ ਚੀਜ਼ਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਹੈ। ਸੋ ਜਿਹੜਾ ਫੋਕਸ ਹੈ ਉਹ ਸਾਡਾ ਇੰਡੀਜੀਨੀਅਸ ਪ੍ਰੋਡਕਟਸ ਐਂਡ ਸਰਵਿਸਿਜ਼ ਦੇ ਉੱਤੇ ਹੁਣ ਹੋਣਾ ਚਾਹੀਦਾ, ਕਿਉਂਕਿ ਜੇ ਅਸੀਂ ਸਿਰਫ ਆਪ ਨਹੀਂ ਜਿਉਣਾ, ਜੋ ਅਸੀਂ ਕਾਰ ਵਿਹਾਰ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਲਾਈਫ ਸਟਾਈਲ ਆਪਣਾ ਰੱਖਿਆ ਹੋਇਆ, ਉਹਦੇ ਨਾਲ ਸਿਰਫ ਅਸੀਂ ਪ੍ਰਭਾਵਿਤ ਨਹੀਂ ਆ, ਸਾਡੇ ਆਲੇ ਦੁਆਲੇ ਦੇ ਲੋਕ, ਸਾਡੇ ਸ਼ਹਿਰ ਦੇ ਲੋਕ, ਸਾਡੇ ਰਾਜ ਦੇ ਲੋਕ, ਸਾਡੇ ਦੇਸ਼ ਦੇ ਲੋਕ ਵੀ ਪ੍ਰਭਾਵਿਤ ਹੁੰਦੇ ਆ। ਸੋ ਇੰਡੀਵਿਜੂਅਲ ਲੈਵਲ ਤੇ ਅਸੀਂ ਉਹ ਕੁਝ ਕਰੀਏ, ਉਹ ਸਟ੍ਰੈਟਜੀਜ਼ ਅਡਾਪਟ ਕਰੀਏ, ਜਿਉਣ ਦੇ ਉਹ ਤਰੀਕੇ ਅਡਾਪਟ ਕਰੀਏ ਜਿਹਦੇ ਨਾਲ ਸਾਡੇ ਲਾਗਲੇ ਲੋਕਾਂ ਦੀ ਵਰਤੋਂ
ਔਰ ਜਿਹੜੇ ਸਾਡੇ ਆਲੇ ਦੁਆਲੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ। ਔਰ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇੰਡੀਜੀਨੀਅਸ ਪ੍ਰੋਡਕਟਸ ਐਂਡ ਸਰਵਿਸਿਜ਼ ਦੇ ਉੱਤੇ ਫੋਕਸ ਕਰੀਏ। ਜੀ ਦੂਸਰਾ ਆ ਗਿਆ ਇੰਡੀਵਿਜੂਅਲ ਲੈਵਲ ਦੇ ਉੱਤੇ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਈਕੋਸਿਸਟਮ ਨੂੰ ਸਪੋਰਟਿਵ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਕਰੋਨਾ ਦੀ ਇਹ ਮਹਾਮਾਰੀ ਪੈਦਾ ਹੋਈ ਹੈ ਇਹ ਪੈਦਾ ਮਨੁੱਖ ਨੇ ਖੁਦ ਹੀ ਕੀਤੀ ਹੈ। ਸਾਡੇ ਖਾਣ ਪਾਨ ਨੇ, ਸਾਡੇ ਵਿਵਹਾਰ ਨੇ, ਜਿਸ ਤਰ੍ਹਾਂ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਰਹੇ ਹਾਂ ਉਹਨੇ ਇਹ ਸਾਰਾ ਕੁਝ ਪੈਦਾ ਕੀਤਾ। ਔਰ ਤੁਸੀਂ ਦੇਖਿਆ ਹੋਣਾ ਹੈ ਕਿ ਇਸ ਪੂਰੇ ਸੰਸਾਰ ਦੇ ਵਿੱਚ ਕੁਦਰਤ ਦਾ ਹਰ ਬਛਿੰਦਾ ਖੁਸ਼ ਹੈ, ਕੁਦਰਤ ਦਾ ਹਰ ਅੰਗ ਖੁਸ਼ ਹੈ। ਯੂਨੀਵਰਸ ਇਜ਼ ਵੈਰੀ ਹੈਪੀ। ਤੁਸੀਂ ਦੇਖਿਆ ਹੋਣਾ ਜਿਹੜੇ ਸਾਡੇ ਬੱਦਲ ਨੇ ਉਹ ਅੱਜ ਕੱਲ੍ਹ ਬਿਲਕੁਲ ਮੰਡਰਾ ਰਹੇ ਨੇ, ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ, ਨਾਲ ਦੀ ਨਾਲ ਅਸਮਾਨ ਵੀ ਨੀਲਾ ਤੁਹਾਨੂੰ ਨਜ਼ਰ ਆ ਰਿਹਾ ਹੈ, ਪਸ਼ੂ ਪੰਛੀ ਖੁਸ਼ ਨੇ, ਸਿਰਫ ਮਨੁੱਖ ਜਿਹੜਾ ਹੈ ਉਹ ਦੁਖੀ ਹੈ। ਉਹਦਾ ਕਾਰਨ ਇਹ ਹੈ ਕਿ ਅਸੀਂ ਕਦੇ ਈਕੋਸਿਸਟਮ ਨੂੰ ਪ੍ਰਾਥਮਿਕਤਾ ਦਿੱਤੀ ਨਹੀਂ। ਹੁਣ ਸਾਨੂੰ ਉਸ ਈਕੋਸਿਸਟਮ ਨੂੰ ਪ੍ਰਾਥਮਿਕਤਾ ਦੇਣੀ ਹੈ। ਅਸੀਂ ਇਹ ਦੇਖਣਾ ਕਿ ਸਾਡੇ ਲਾਈਫ ਸਟਾਈਲ ਦੇ ਨਾਲ ਕਿਤੇ ਅਸੀਂ ਉਸ ਈਕੋਸਿਸਟਮ ਨੂੰ ਡਿਸਟਰਬ ਤਾਂ ਨਹੀਂ ਕਰ ਰਹੇ। ਇਸ ਚੀਜ਼ ਦੇ ਨਾਲ ਸਾਨੂੰ ਚੱਲਣਾ ਪੈਣਾ। ਦੂਸਰਾ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਸਾਨੂੰ ਪ੍ਰਾਇੋਰਟੀਜ਼ ਲੋਕਲ ਨੂੰ ਦੇਣੀ ਪੈਣੀ ਹੈ ਔਰ ਉਹਦੇ ਵਾਸਤੇ ਸਾਨੂੰ ਵੋਕਲ ਵੀ ਹੋਣਾ ਪੈਣਾ ਹੈ। ਜਿੰਨਾ ਅਸੀਂ ਵੋਕਲ ਹੋਵਾਂਗੇ ਉਨਾ ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਲੋਕਲ ਪੱਧਰ ਦੇ ਉੱਤੇ ਪੂਰੀਆਂ ਹੋ ਜਾਣਗੀਆਂ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ, ਨਵੇਂ ਰੁਜ਼ਗਾਰਾਂ ਦਾ ਸ੍ਰਿਜਨ ਵੀ ਹੋਵੇਗਾ। ਹੁਣ ਇੱਥੇ ਇੱਕ ਨਵੇਂ ਡਿਵੈਲਪਮੈਂਟ ਵਾਸਤੇ ਇੱਕ ਨਵੇਂ ਵਿਜ਼ਨ ਦੀ ਲੋੜ ਹੈ ਔਰ ਇੱਕ ਸਟ੍ਰੈਟੇਜਿਕ ਰੀਥਿੰਕਿੰਗ ਸਾਨੂੰ ਹਰੇਕ ਪੱਧਰ ਤੇ ਕਰਨੀ ਪੈਣੀ ਹੈ, ਚਾਹੇ ਉਹ ਇੱਕ ਮੈਂ ਵਿਅਕਤੀ ਹਾਂ, ਚਾਹੇ ਮੈਂ ਇੱਕ ਸੰਸਥਾ ਹਾਂ, ਚਾਹੇ ਮੈਂ ਸਰਕਾਰ ਹਾਂ। ਔਰ ਇਹਨਾਂ ਨੂੰ ਮਿਲ ਕੇ ਇੱਕ ਸਟ੍ਰੈਟੇਜਿਕ ਰੀਥਿੰਕਿੰਗ ਦੇ ਨਾਲ ਇੱਕ ਨਵਾਂ ਮਾਡਲ ਜਿਹੜਾ ਉਹ ਡਿਵੈਲਪ ਕਰਨਾ ਪਏਗਾ, ਜਿਹਦੇ ਵਿੱਚ ਇਮਾਨਦਾਰੀ ਵੀ ਹੋਵੇ ਔਰ ਵਿਜ਼ਨਰੀ ਅਪਰੋਚ ਹੋਵੇ ਕਿ ਅਸੀਂ ਹਿੰਦੁਸਤਾਨ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਹਾਂ। ਕੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਥਿਤੀ ਵੀ ਅਸੀਂ ਵਿਕਾਸ ਦੇ ਸਾਰੇ ਪਾਏਦਾਨ ਭੁੱਲ ਜਾਈਏ ਤੇ ਚੀਨ ਦੇ ਵੁਹਾਨ ਸ਼ਹਿਰ ਤੋਂ ਨਵੀਂ ਕੋਈ ਬਿਮਾਰੀ ਸ਼ੁਰੂ ਹੋ ਜਾਏ ਹਿੰਦੁਸਤਾਨ ਦੇ ਵਿੱਚ ਵੀ? ਇਹ ਸਾਰਾ ਸਾਨੂੰ ਇੱਕ ਬ੍ਰੌਡ ਪਲਾਨ ਲਾ ਕੇ ਕਰੋਨਾ ਟਾਈਪ ਦੀਆਂ ਜਿਹੜੀਆਂ ਐਕਸੀਜੈਂਸੀਜ਼ ਹੈ ਉਹਨੂੰ ਦੂਰ ਕਰਨ ਵਾਸਤੇ ਸਹਾਈ ਹੋਣਾ ਪੈਣਾ। ਹੁਣ ਤੁਸੀਂ ਦੇਖਿਆ ਹੋਣਾ ਕਿ ਕਰੋਨਾ ਦੇ ਚੱਲਦਿਆਂ 4 ਮਹੀਨਿਆਂ ਦੇ ਵਿੱਚ ਹੀ ਸਾਰੀਆਂ ਰਾਜ ਸਰਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲ ਵਿੱਤ ਖਤਮ ਹੋ ਗਿਆ। ਮੈਨੂੰ ਯਾਦ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਅਸੀਂ ਪੜ੍ਹਿਆ ਕਰਦੇ ਹਾਂ ਕਿ ਉਹਨਾਂ ਦੇ ਰਾਜ ਦੇ ਵਿੱਚ ਜੇਕਰ ਕੋਈ ਅਕਾਲ ਆ ਜਾਂਦਾ ਸੀ ਤੇ ਉਹਨਾਂ ਦੀ ਸਰਕਾਰ ਦੇ ਕੋਲ ਇੰਨੇ ਸਰੋਤ ਹੁੰਦੇ ਸਨ ਕਿ ਅਗਰ 2 ਸਾਲ 3 ਸਾਲ ਨਾ ਵੀ ਉਹ ਅਕਾਲ ਖਤਮ ਹੋਵੇ ਤਾਂ ਵੀ ਉਹ ਆਪਣੀ ਵਸੋਂ ਨੂੰ ਫੀਡ ਕਰ ਸਕਦੇ ਸੀ। ਸਾਨੂੰ ਇਹ ਸਟ੍ਰੈਟਜੀ ਸਰਕਾਰੀ ਪੱਧਰ ਤੇ ਵੀ ਸੋਚਣੀ ਪਏਗੀ ਕਿ ਸਾਡੇ ਕੋਲ 2-3 ਸਾਲ ਦਾ ਘੱਟੋ ਘੱਟ ਰੈਵਨਿਊ ਇੰਨਾ ਜਮ੍ਹਾਂ ਜ਼ਰੂਰ ਹੋਣਾ ਚਾਹੀਦਾ ਕਿ ਜੇ ਸਭ ਕੁਝ ਬੰਦ ਵੀ ਹੋ ਜਾਏ ਤਾਂ ਅਸੀਂ ਆਪਣੀ ਵਸੋਂ ਨੂੰ ਅੱਛੀ ਤਰ੍ਹਾਂ ਦੇ ਨਾਲ ਇਹ ਕਰ ਸਕੀਏ। ਸੋ ਇਹ ਇੱਕ ਪ੍ਰਾਇੋਰਟੀਜ਼ ਦੀ ਰੀਡੈਫੀਨੇਸ਼ਨ ਇੰਡੀਵਿਜੂਅਲ ਲੈਵਲ ਤੋਂ ਲੈ ਕੇ ਸਰਕਾਰ ਪੱਧਰ ਤੱਕ ਸਾਨੂੰ ਸੋਚਣੀਆਂ ਪੈਣੀਆਂ। ਸਾਨੂੰ ਜਿਹੜੇ ਅਨਨੈਸੈਸਰੀ ਖਰਚੇ ਆ ਉਹ ਘਟਾਉਣੇ ਪੈਣੇ ਆ, ਵੇਸਟਫੁਲ ਐਕਸਪੈਂਡੀਚਰ ਨੂੰ ਰਿਡਿਊਸ ਕਰਨਾ ਪਏਗਾ। ਸਾਡੇ ਇਲੈਕਸ਼ਨਸ ਤੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ, ਅਸੀਂ ਬਹੁਤ ਸਾਰੀਆਂ ਫੈਂਸੀ ਚੀਜ਼ਾਂ ਇਹੋ ਜਿਹੀਆਂ ਕਰਦੇ ਹਾਂ ਜਿਹਨਾਂ ਦੀ ਲੋੜ ਨਹੀਂ ਹੁੰਦੀ। ਔਰ ਤੁਸੀਂ ਦੇਖਿਆ ਹੋਣਾ ਕਰੋਨਾ ਨੇ ਤੁਹਾਡੇ ਵਿਆਹ ਸ਼ਾਦੀਆਂ ਬੜੀਆਂ ਲਿਮਟਿਡ ਕਰ ਦਿੱਤੀਆਂ, ਉਹਨਾਂ ਦੇ ਵਿੱਚ ਲੋਕਾਂ ਦਾ ਇਕੱਠ ਬਹੁਤ ਘਟਾ ਦਿੱਤਾ, ਖਰਚੇ ਬਹੁਤ ਘਟ ਗਏ। ਇਹਦੇ ਬਾਰੇ ਹੁਣ ਸਾਨੂੰ ਸੋਚਣਾ ਪੈਣਾ। ਪਰ ਸਾਡੀ ਮੁਸੀਬਤ ਇਹ ਹੈ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਜੁੜਿਆ ਹੋਇਆ ਸੀ। ਉਸ ਰੁਜ਼ਗਾਰ ਨੂੰ ਕਿਵੇਂ ਅਸੀਂ ਰੀਇਨਵੈਂਟ ਕਰਕੇ ਇੱਕ ਨਵੀਂ ਸਥਿਤੀ ਨੂੰ ਪੈਦਾ ਕਰ ਸਕਦੇ ਹਾਂ। ਇਹ ਰੀਵਿਜ਼ਨ, ਇਹ ਰੀਡਿਵੈਲਪਮੈਂਟ ਦੀ ਰੀਥਿੰਕਿੰਗ ਸਟ੍ਰੈਟੇਜਿਕਲੀ ਸਾਨੂੰ ਇੰਡੀਵਿਜੂਅਲ ਤੋਂ ਲੈ ਕੇ ਪੂਰੀ ਤਰ੍ਹਾਂ ਸਰਕਾਰ ਪੱਧਰ ਤੱਕ ਸੋਚਣੀ ਚਾਹੀਦੀ। ਡਾਕਟਰ ਸਾਹਿਬ, ਜਿੱਥੇ ਗੱਲ ਜਦੋਂ ਰੀਡਿਫਾਈਨ ਦੀ ਆਉਂਦੀ ਹੈ ਜਾਂ ਜਦੋਂ ਅਸੀਂ ਪਲੈਨਿੰਗ ਜਿਹੜੀ ਆ ਮੁੜ ਤੋਂ ਸ਼ੁਰੂ ਕਰਦੇ ਹਾਂ ਤਾਂ ਕਿ ਜਿਹੜੀਆਂ ਚੀਜ਼ਾਂ ਨੇ ਉਸੇ ਤਰ੍ਹਾਂ ਦੁਬਾਰਾ ਚੱਲਣ, ਤਾਂ ਉਹਦੇ ਵਾਸਤੇ ਅਸੀਂ ਇਹ ਵੀ ਸੋਚਦੇ ਹਾਂ ਕਿ ਵਿਕਾਸ ਦਾ ਜਿਹੜਾ ਨਜ਼ਰੀਆ ਆ ਅੱਗੇ ਜਾ ਕੇ ਉਹ ਕੀ ਹੋਵੇਗਾ। ਸੋ ਤੁਹਾਡੇ ਮੁਤਾਬਿਕ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਰੀਡਿਫਾਈਨ ਕਰਦੇ ਹਾਂ ਤਾਂ ਡਿਵੈਲਪਮੈਂਟ ਦਾ ਨਜ਼ਰੀਆ ਤੁਹਾਡੇ ਪੱਖੋਂ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ? ਦੇਖੋ, ਡਿਵੈਲਪਮੈਂਟ ਦਾ ਇੱਕ ਨਵੇਂ ਆਯਾਮ ਜਿਹੜੇ ਉਹ ਸ਼ੁਰੂ ਹੋਣਗੇ। ਜਿਵੇਂ ਮੈਂ ਪਹਿਲਾਂ ਕੀ ਦੱਸਿਆ ਕਿ ਇਹ ਜਿਹੜਾ ਕ੍ਰਾਈਸਿਸ ਹੈ, ਕੋਈ ਵੀ ਕ੍ਰਾਈਸਿਸ ਹੋਵੇ, ਉਸ ਕ੍ਰਾਈਸਿਸ ਦੇ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਜੁੜੀਆਂ ਹੁੰਦੀਆਂ। ਬਿਲਕੁਲ। ਬੇਸਿਕਲੀ ਕ੍ਰਾਈਸਿਸ ਕਿਉਂ ਆਉਂਦੇ? ਮੈਂ ਸਮਝਦਾ ਕਿ ਇਹ ਜਿਹੜਾ ਕਰੋਨਾ ਮਹਾਮਾਰੀ ਦਾ ਪ੍ਰਸੰਗ ਸਾਰਾ ਸੀਗਾ, ਇਹਦੇ ਅੰਦਰ ਪਰਮਾਤਮਾ ਨੇ ਤੁਹਾਨੂੰ ਇੱਕ ਮੁਸੀਬਤ ਦੇ ਵਿੱਚ ਪਾ ਕੇ, ਤੁਹਾਨੂੰ ਇੱਕ ਕ੍ਰਾਈਸਿਸ ਦੇ ਵਿੱਚ ਪਾ ਕੇ ਤੁਹਾਨੂੰ ਬਹੁਤ ਕੁਝ ਸਿਖਾਇਆ। ਔਰ ਜਿਨ੍ਹਾਂ ਲੋਕਾਂ ਨੇ ਇਸ ਕ੍ਰਾਈਸਿਸ ਤੋਂ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਵਾਸਤੇ ਆਉਣ ਵਾਲਾ ਸਮਾਂ ਇੱਕ ਬਹੁਤ ਹੀ ਦੁਖਦਾਈ ਸਮਾਂ ਹੋ ਸਕਦਾ ਹੈ। ਸੋ ਇਸ ਕਰਕੇ ਸਾਨੂੰ ਇਹ ਸੋਚਣਾ ਪਏਗਾ ਕਿ ਇਸ ਕ੍ਰਾਈਸਿਸ ਦੀ ਘੜੀ ਨੂੰ ਅਸੀਂ ਓਪਰਚੁਨਿਟੀਜ਼ ਦੇ ਵਿੱਚ ਕਿਵੇਂ ਲੈ ਕੇ ਜਾਈਏ। ਇਹਦੇ ਵਾਸਤੇ ਸਾਨੂੰ ਸਾਡੀ ਇੰਡਸਟਰੀ ਦੀ ਰੀਬੂਟਿੰਗ ਕਰਨੀ ਪੈਣੀ ਹੈ, ਸਾਡੇ ਐਜੂਕੇਸ਼ਨਲ ਸਿਸਟਮ ਦੀ ਰੀਬੂਟਿੰਗ ਕਰਨੀ ਪੈਣੀ ਹੈ, ਸਾਡੀ ਸਰਕਾਰ ਦੇ ਜਿਹੜੇ
ਜੋ ਸਿਸਟਮ ਚੱਲ ਰਿਹਾ ਉਹਦੀ ਰੀਬੂਟਿੰਗ ਕਰਨੀ ਪੈਣੀ ਹੈ, ਕਿਉਂਕਿ ਅਸੀਂ ਨਹੀਂ ਚੱਲ ਸਕਦੇ ਜੇਕਰ ਸਭ ਕੁਝ ਬੰਦ ਕਰ ਦਿੱਤਾ। ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਆਸਟ੍ਰੇਲੀਆ ਦੇ ਦੋਸਤ ਨਾਲ ਗੱਲ ਕਰ ਰਿਹਾ ਸੀ। ਉਹ ਉੱਥੇ ਇੱਕ ਰੈਸਟੋਰੈਂਟ ਦੀ ਚੇਨ ਚਲਾਉਂਦਾ ਹੈ। ਮੈਂ ਉਹਨੂੰ ਪੁੱਛਿਆ ਕਿ ਕੀ ਇਸ ਕੋਵਿਡ ਸਿਚੁਏਸ਼ਨ ਦੇ ਦੌਰਾਨ, ਲੋਕਡਾਊਨ ਦੇ ਦੌਰਾਨ ਤੁਹਾਡਾ ਬਿਜ਼ਨਸ ਬੰਦ ਹੋ ਗਿਆ ਸੀ, ਤੁਸੀਂ ਆਪਣੇ EMPLOYEES ਨੂੰ ਕੱਟ ਦਿੱਤਾ ਸੀ, ਜਾਂ ਤੁਹਾਡਾ ਜਿਹੜਾ ਬਿਜ਼ਨਸ ਦੇ ਰੈਵਨਿਊ ਜਿਹੜੇ ਉਹ ਘਟ ਗਏ ਸੀ? ਉਹਨਾਂ ਨੇ ਕਿਹਾ ਨਹੀਂ, ਇਸ ਕੋਵਿਡ ਸਿਚੁਏਸ਼ਨ ਦੇ ਦੌਰਾਨ ਵੀ ਉਹਨਾਂ ਨੇ ਆਪਣੇ ਬਿਜ਼ਨਸ ਮਾਡਲ ਨੂੰ ਚੇਂਜ ਕਰਕੇ ਇਸ ਸਥਿਤੀ ਦੇ ਵਿੱਚ ਲੈ ਕੇ ਆਂਦਾ ਕਿ ਅਸੀਂ ਉਦੋਂ ਵੀ ਸਰਵਾਈਵ ਕਰਦੇ ਰਹੇ। ਹਾਂ, ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਰਹੇ, ਪਰ ਅਸੀਂ ਪੂਰਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਡਾਪਟ ਕਰਕੇ ਸਰਕਾਰ ਦੀ ਰੀਮਾਡਲਿੰਗ ਦੇ ਨਾਲ ਉਹਨਾਂ ਨੇ ਸਾਰੇ ਸਿਸਟਮ ਨੂੰ ਰੀਬੂਟ ਕੀਤਾ। ਰੀਬੂਟ ਕਰਨ ਤੋਂ ਬਾਅਦ ਉਹ ਸਾਰੀਆਂ ਸਪਲਾਈਜ਼ ਉਹਨਾਂ ਨੂੰ ਘਰਾਂ 'ਚ ਦਿੰਦੇ ਰਹੇ, ਔਰ ਉਹਨੇ ਇਹ ਵੀ ਦੱਸਿਆ ਕਿ ਅਸੀਂ ਪਹਿਲਾਂ ਨਾਲੋਂ ਦੁੱਗਣਾ ਰੈਵਨਿਊ ਜਿਹੜਾ ਉਹ ਇਸ ਪੀਰੀਅਡ ਦੇ ਦੌਰਾਨ ਅਰਨ ਕੀਤਾ। ਸੋ ਸਾਨੂੰ ਵੀ ਹੁਣ ਸੋਚਣਾ ਪੈਣਾ ਹੈ ਕਿ ਸਾਡੇ ਬਿਜ਼ਨੈਸਿਸ ਨੂੰ ਅਗਰ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਉਹ ਬਿਜ਼ਨਸ ਬੰਦ ਨਾ ਹੋਣ, ਇੱਕ ਨਵੇਂ ਨਜ਼ਰੀਏ ਦੇ ਨਾਲ, ਚਾਹੇ ਉਹ ਟੈਕਨੋਲੋਜੀ ਦੇ ਨਾਲ ਜੁੜ ਕੇ, ਚਾਹੇ ਹੋਮ ਡਿਲੀਵਰੀ ਦੇ ਨਾਲ ਜੁੜ ਕੇ, ਕੇਵਲ ਲਿਕਰ ਦੀ ਹੋਮ ਸਪਲਾਈ ਕਰਨ ਦੇ ਨਾਲ ਗੱਲ ਨਹੀਂ ਬਣਨੀ, ਬਾਕੀ ਚੀਜ਼ਾਂ ਵੀ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣੀਆਂ ਪੈਣੀਆਂ। ਲੋਕਾਂ ਨੂੰ ਰੈਵਨਿਊ ਅਰਨ ਕਰਨ ਦੇ, ਇਨਕਮ ਜਨਰੇਸ਼ਨ ਦੇ ਤਰੀਕੇ ਸਾਨੂੰ ਸਿਖਾਉਣੇ ਪੈਣਗੇ ਕਿ ਘਰ ਬੈਠੇ ਵਰਕ ਐਟ ਹੋਮ ਕਰਕੇ ਵੀ ਉਹ ਕਿਵੇਂ ਰੈਵਨਿਊ ਜਨਰੇਟ ਕਰ ਸਕਦੇ ਆ। ਸੋ ਸਾਨੂੰ ਅਨਦਰ ਆਊਟਬ੍ਰੇਕ ਆਫ ਕਰੋਨਾ ਨੂੰ ਪ੍ਰੀਵੈਂਟ ਕਰਨਾ ਪਏਗਾ, ਔਰ ਇਹ ਹਰੇਕ ਕੰਟਰੀ ਵਾਸਤੇ, ਬਿਜ਼ਨਸ ਵਾਸਤੇ ਕ੍ਰਿਟੀਕਲ ਹੈ। ਇੱਕ ਨਿਊ ਵੇਵ ਆਫ COVID-19 ਵਿਲ ਬੀ ਹਾਰਡ ਟੂ ਰਿਕਵਰ ਫਰੋਮ। ਦੁਬਾਰਾ ਅਸੀਂ ਨਹੀਂ ਸਹਿ ਸਕਦੇ ਇਸ ਤਰ੍ਹਾਂ ਦੀ ਸਥਿਤੀ ਨੂੰ। ਸੋ ਇਹ ਇੱਕ ਸਮਾਂ ਹੈ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ। ਸਾਨੂੰ ਗਾਈਡਲਾਈਨਸ ਬਣਾਉਣੀਆਂ ਪੈਣਗੀਆਂ, ਪ੍ਰੋਸੀਜਰ ਬਣਾਉਣੇ ਪੈਣਗੇ ਤਾਂ ਕਿ ਉਹਨੂੰ ਹਰ ਬਿਜ਼ਨਸਮੈਨ ਜਿਹੜਾ ਉਹਨੂੰ ਫੋਲੋ ਕਰ ਸਕੇ। ਅਸੀਂ ਪਹਿਲਾਂ ਦੇਖਦੇ ਸੀ, ਅਸੀਂ ਜਦੋਂ ਵੀ ਰੋਡ ਸਾਈਡ ਦੇ ਉੱਤੇ, ਢਾਬਿਆਂ ਦੇ ਉੱਤੇ ਜਾਂਦੇ ਹਾਂ, ਉੱਥੇ ਗੰਦਗੀ ਬਹੁਤ ਹੈ, ਲੋਕ ਫਿਰ ਵੀ ਖਾਈ ਜਾ ਰਹੇ ਹਨ, ਲੇਕਿਨ ਕਰੋਨਾ ਦੀ ਸਥਿਤੀ ਦੇ ਵਿੱਚ ਲੋਕ ਹੁਣ ਉੱਥੇ ਨਹੀਂ ਜਾਣਗੇ। ਸੋ ਉਹਨਾਂ ਦਾ ਬਿਜ਼ਨਸ ਮਾਡਲ, ਉਹਨਾਂ ਦਾ ਆਪਰੇਟਿੰਗ ਪ੍ਰੋਸੀਜਰ ਸਾਨੂੰ ਚੇਂਜ ਕਰਨਾ ਪਏਗਾ। ਸੋ ਵਪਾਰ ਨੂੰ ਐਕਸਟਰਾ ਐਫਰਟ ਕਰਨੇ ਪੈਣਗੇ ਸੋ ਦੈਟ ਜਿਹੜੀਆਂ ਉਹਨਾਂ ਦੀਆਂ ਫੈਕਟਰੀਜ਼ ਹੈ, ਉਹਨਾਂ ਦੇ ਜਿਹੜੇ ਬਿਜ਼ਨਸ ਪਲੇਸਿਸ ਨੇ, ਉਹ COVID-19 ਦੇ ਕੰਪਲਾਇੰਟ ਹੋ ਜਾਣ। ਸੋ ਇਹ ਇੱਕ ਕੌਨਫੀਡੈਂਸ ਬਿਲਡਿੰਗ ਜਿਹੜੀ ਹੈ ਵਰਕਫੋਰਸ ਦੇ ਵਿੱਚ ਵੀ ਸਾਨੂੰ ਪੈਦਾ ਕਰਨੀ ਪੈਣੀ ਹੈ, ਔਰ ਸਾਨੂੰ ਇਹ ਵੀ ਇਨਸ਼ੋਰ ਕਰਨਾ ਪੈਣਾ ਕਿ ਉਹਦੇ ਨਾਲ ਜਿਹੜੀ ਅਸੀਂ ਪ੍ਰੋਡਕਸ਼ਨ ਕਰੀਏ ਉਹ ਪਹਿਲਾਂ ਨਾਲੋਂ ਬੈਟਰ ਹੋਏ। ਹੁਣ ਲੁਧਿਆਣਾ ਦੇ ਵਿੱਚ ਅਸੀਂ ਮਾਈਗ੍ਰੈਂਟ ਲੇਬਰ ਦਾ ਇੱਕ ਸਰਵੇ ਕਰਵਾਇਆ। ਉਹਨੂੰ ਪੁੱਛਿਆ ਕਿ ਤੁਸੀਂ ਆਪਣੇ ਘਰਾਂ ਨੂੰ ਵਾਪਸ ਕਿਉਂ ਜਾਣਾ ਚਾਹੁੰਦੇ ਹੋ ਜੀ। ਉਹਨਾਂ ਦਾ ਕਹਿਣਾ ਸੀ ਕਿ ਸਾਡੀਆਂ ਜਿਹੜੀਆਂ ਲਿਵਿੰਗ ਕੰਡੀਸ਼ਨਸ ਹੈ ਉਹ ਬੜੀਆਂ ਪੂਅਰ ਹੈ। ਅਸੀਂ ਝੌਂਪੜੀਆਂ ਦੇ ਵਿੱਚ ਰਹਿੰਦੇ ਹਾਂ, ਝੁੱਗੀਆਂ ਦੇ ਵਿੱਚ ਰਹਿੰਦੇ ਹਾਂ। ਜੇ ਸਵੇਰੇ ਤਾਂ ਅਸੀਂ ਕੰਮ ਨੂੰ ਨਿਕਲ ਜਾਂਦੇ ਸੀ ਔਰ ਰਾਤ ਨੂੰ ਘਰ ਨੂੰ ਵਾਪਸ ਆਉਂਦੇ ਸੀ, ਲੇਕਿਨ ਲਾਕਡਾਊਨ ਦੇ ਦੌਰਾਨ ਜਦੋਂ ਉਹਨਾਂ ਨੂੰ 24 ਘੰਟੇ ਉਹਨਾਂ ਝੁੱਗੀਆਂ 'ਚ ਰਹਿਣਾ ਪਿਆ, ਲਾਈਫ ਮਿਜ਼ਰੇਬਲ ਬਣ ਗਈ। ਸੋ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਹੁਣ ਇੱਥੇ ਰਹਿਣਾ ਸੰਭਵ ਨਹੀਂ। ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਉਸ ਲੇਬਰ ਦੀ, ਸਰਵਿਸ ਇੰਡਸਟਰੀ 'ਚ ਚਾਹੇ ਉਹ ਕੰਮ ਕਰਦੀ ਹੈ, ਚਾਹੇ ਉਹ ਬਿਜ਼ਨਸ ਦੇ ਵਿੱਚ ਕੰਮ ਕਰਦੀ ਹੈ, ਚਾਹੇ ਫੈਕਟਰੀ 'ਚ ਕੰਮ ਕਰਦੀ ਹੈ, ਉਹਨਾਂ ਦੀਆਂ ਲਿਵਿੰਗ ਕੰਡੀਸ਼ਨਸ ਦੇ ਉੱਤੇ ਵੀ ਧਿਆਨ ਦੇਣਾ ਪਏਗਾ। ਇੰਪਲਾਇਰਸ ਨੂੰ ਸਾਨੂੰ ਇੰਸਟਰਕਟ ਕਰਕੇ ਪਾਲਿਸੀਜ਼ ਬਣਾ ਕੇ ਦੇਣੀਆਂ ਪੈਣਗੀਆਂ ਕਿ ਹੁਣ ਉਹਨਾਂ ਦੀ ਅਕਮੋਡੇਸ਼ਨ ਦਾ ਪ੍ਰਬੰਧ, ਉਹਨਾਂ ਦੇ ਲਾਈਫ ਸਟਾਈਲ, ਉਹਨਾਂ ਦੀ ਲਿਵਿੰਗ ਕੰਡੀਸ਼ਨਸ ਦਾ ਵੀ ਸਾਨੂੰ ਧਿਆਨ ਰੱਖਣਾ ਪਏਗਾ, ਤਾਂ ਹੀ ਅਸੀਂ ਇਹ ਤੋਂ ਅੱਗੇ ਵੱਧ ਸਕਦੇ ਹਾਂ। ਅਦਰਵਾਈਜ਼ ਸਾਡੇ ਵਾਸਤੇ ਇਸ ਸਿਸਟਮ 'ਚੋਂ ਨਿਕਲ ਪਾਉਣਾ ਬਹੁਤ ਔਖਾ ਹੋਏਗਾ। ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਸਾਨੂੰ ਕ੍ਰਾਈਸਿਸ ਨੂੰ ਓਪਰਚੁਨਿਟੀ 'ਚ ਬਦਲਣਾ ਪਏਗਾ। ਸੋ ਵੀ ਹੈਵ ਵੇਸਟਡ ਸੋ ਮਚ ਟਾਈਮ। ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਕੋਈ ਰੀਥਿੰਕਿੰਗ ਪਿਛਲੇ 3-4 ਮਹੀਨਿਆਂ ਦੇ ਵਿੱਚ ਨਹੀਂ ਕੀਤੀ, ਸਿਰਫ ਲਾਕਡਾਊਨ ਕੀਤਾ। ਲੇਕਿਨ ਇੱਕ ਸਮਾਂ ਸੀ, ਇਸ ਸਮੇਂ ਨੂੰ ਅਸੀਂ ਯੂਟਿਲਾਈਜ਼ ਕਰ ਸਕਦੇ ਸੀ। ਸੋ ਇਹ ਓਪਰਚੁਨਿਟੀਜ਼ ਨੇ ਜਿਹੜੀਆਂ ਅਸੀਂ ਹਿਊਮੈਨਿਟੀ ਦੇ ਬੈਨੀਫਿਟ ਵਾਸਤੇ ਸਾਨੂੰ ਇਨਵੈਸਟ ਕਰਨਾ ਪਏਗਾ। ਸੋ ਹਰੇਕ ਵਿਅਕਤੀ ਨੂੰ ਆਪਣੇ ਆਪ 'ਚ ਵੀ ਇਨਵੈਸਟ ਕਰਨਾ ਪਏਗਾ। ਅਸੀਂ ਆਪਣੇ ਬਾਰੇ ਨਹੀਂ ਸੋਚਦੇ, ਆਪਣੀ ਸਿਹਤ ਬਾਰੇ ਨਹੀਂ ਸੋਚਦੇ, ਆਪਣੇ ਲਾਈਫ ਸਟਾਈਲ ਦੇ ਬਾਰੇ ਨਹੀਂ ਸੋਚਦੇ, ਅਸੀਂ ਅੰਦਰ ਤੋਂ ਜਿਹੜੇ ਉਹ ਤੁਰੇ ਫਿਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਇਸ ਲਾਕਡਾਊਨ ਪੀਰੀਅਡ ਦੇ ਦੌਰਾਨ ਇਹਨਾਂ ਨੇ ਸਿਖਾਇਆ, ਔਰ ਇਹਦੇ ਬਾਰੇ ਸਾਨੂੰ ਗੌਰ ਅੱਗੇ ਵੀ ਕਰਨਾ ਪਏਗਾ। ਡਾਕਟਰ ਸਾਹਿਬ, ਜਿੱਦਾਂ ਮੇਰੇ ਮੁਤਾਬਿਕ ਜੇ ਮੈਂ ਸੋਚਾਂ ਤਾਂ ਮੈਨੂੰ ਲੱਗਦਾ ਹੈ ਕਿ ਜੋ ਇੰਡਸਟਰੀਜ਼ ਨੇ ਲਾਸਿਸ ਜਿਹੜੇ ਬੇਅਰ ਕੀਤੇ ਨੇ ਉਹਨਾਂ ਨੂੰ ਮੁੜ ਰਿਵਾਈਵ ਤਾਂ ਨਹੀਂ ਕੀਤਾ ਜਾ ਸਕਦਾ। ਜੇ ਰਿਵਾਈਵ ਕਰਨਾ ਵੀ ਹੈ ਤਾਂ ਸਮਾਂ ਸਾਨੂੰ ਬਹੁਤ ਜ਼ਿਆਦਾ ਚਾਹੀਦਾ ਹੈ, ਪਰ ਹਾਂ ਇਸ ਸਮੇਂ ਨੂੰ ਜ਼ਾਇਆ ਨਾ ਕਰਦਿਆਂ ਸਾਨੂੰ ਉਸ ਚੀਜ਼ ਦੀ ਦੁਬਾਰਾ ਤੋਂ ਪਲੈਨਿੰਗ ਕਰਕੇ ਆਉਣ ਵਾਲੇ ਸਮੇਂ ਦੇ ਲਈ ਕੁਝ ਬਚਾ ਕੇ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਹੈ। ਸੋ ਬਹੁਤ ਹੀ ਉਮਦਾ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਰਹੇ ਹੋ, ਬਹੁਤ ਬਰੀਕੀ ਦੇ ਨਾਲ ਜਾਣਕਾਰੀ ਸਾਨੂੰ ਦੇ ਰਹੇ ਹੋ। ਹੋਰ ਵੀ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਾਂਗੇ। ਇੱਕ ਹੋਰ ਇੱਥੇ म्यूजिकल ब्रेक के लिए रुकते हैं। बिल्कुल श्योर जी, श्योर। एक बंजारा गाए जीवन के गीत सुनाए,
हम सब जीने वालों को जीने की राह बताए, एक बंजारा गाए ओ, एक बंजारा गाए, जीवन के गीत सुनाए। हम सब जीने वालों को जीने की राह बताए, एक बंजारा गाए ओ। ਬਿਲਕੁਲ ਜੀ, ਅਸੀਂ ਵੀ ਕੋਸ਼ਿਸ਼ ਕਰਾਂਗੇ ਪਤਝੜ 'ਚ ਗੁਲਸ਼ਨ ਖਿਲਾਣ ਦੀ ਤੇ ਕਰੋਨਾ ਮਹਾਮਾਰੀ ਦੀ ਜਿਹੜੀ ਆਰਥਿਕਤਾ ਨੂੰ ਮਾਰ ਪਈ ਹੈ ਉਸ ਨੂੰ ਘੱਟ ਕਰਨ ਦੀ, ਬਚਾਉਣ ਦੇ ਲਈ ਤੇ ਖਤਰੇ 'ਚ ਕਾਰੋਬਾਰ ਜੋ ਨੇ, ਰੋਜ਼ਗਾਰ ਜਿਹੜੇ ਖਤਮ ਹੋ ਰਹੇ ਨੇ ਉਹਨਾਂ ਨੂੰ ਅਲੱਗ-ਅਲੱਗ ਸਟ੍ਰੈਟੇਜੀਜ਼ ਤੇ ਅਪਣਾ ਕੇ ਬਚਾਉਣ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਡਾਕਟਰ ਅਸ਼ਵਨੀ ਬੱਲਾ ਇਸ ਵੇਲੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ। ਡਾਕਟਰ ਸਾਹਿਬ, ਜਦੋਂ ਕਰੋਨਾ ਦੀ ਗੱਲ ਆਉਂਦੀ ਹੈ ਤਾਂ ਉੱਥੇ ਅਕਸਰ ਜੋ ਅਸੀਂ ਲੋਕਾਂ ਦੇ ਕੋਲੋਂ ਵੀ ਸੁਣਦੇ ਹਾਂ, ਕਹਿ ਦਿੰਦੇ ਨੇ ਕਿ ਕੁਦਰਤ ਦੇ ਨਾਲ ਅਸੀਂ ਜਿਹੜਾ ਖਿਲਵਾੜ ਕੀਤਾ ਸੀ ਉਹਦਾ ਸਾਨੂੰ ਵਾਪਸ ਜਿਹੜਾ ਖਾਮਿਆਜ਼ਾ ਜਿਹੜਾ ਸਾਨੂੰ ਭੁਗਤਣਾ ਪੈ ਰਿਹਾ ਕਰੋਨਾ ਕਰਕੇ। ਸੋ ਤੁਹਾਡੇ ਮੁਤਾਬਿਕ ਕੀ ਇਹ ਸੱਚ ਹੈ ਕਿ ਯੂਨੀਵਰਸ ਨੂੰ ਅਸੀਂ ਇਹਦੇ ਨਾਲ ਕਿੱਦਾਂ ਕਨੈਕਟ ਕਰ ਸਕਦੇ ਹਾਂ, ਕੁਦਰਤ ਨੂੰ ਕਿੱਦਾਂ ਕਨੈਕਟ ਕਰ ਸਕਦੇ ਹਾਂ? ਬਿਲਕੁਲ ਮੈਡਮ, ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਕਿਉਂਕਿ ਅਸੀਂ ਸਮਝ ਬੈਠੇ ਸੀ ਕਿ ਅਸੀਂ ਯੂਨੀਵਰਸ ਦੇ ਮਾਸਟਰ ਹਾਂ। ਮਨੁੱਖ ਨੇ ਸਮਝ ਲਿਆ ਸੀ ਕਿ ਮੇਰਾ ਯੂਨੀਵਰਸ ਦੇ ਉੱਤੇ ਅਧਿਕਾਰ ਹੈ। ਅਸੀਂ ਚੰਦ ਤੱਕ ਪਹੁੰਚਣਾ ਚਾਹੁੰਦੇ ਸੀ, ਅਸੀਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਕਰ ਰਹੇ ਸੀ, ਪਹਾੜਾਂ ਨੂੰ ਕੱਟੀ ਜਾ ਰਹੇ ਸੀ, ਅਸੀਂ ਦਰਖਤਾਂ ਨੂੰ ਕੱਟੀ ਜਾ ਰਹੇ ਸੀ, ਅਸੀਂ ਜਾਨਵਰਾਂ ਨੂੰ ਵੱਢ ਕੇ ਖਾਈ ਜਾ ਰਹੇ ਹਾਂ, ਅਸੀਂ ਪਸ਼ੂ ਪੰਛੀਆਂ ਦਾ ਨਾਸ਼ ਕਰ ਰਹੇ ਹਾਂ। ਇਹਦਾ ਮਤਲਬ ਹੈ ਕਿ ਅਸੀਂ ਇਹ ਸਮਝ ਲਿਆ ਕਿ ਅਸੀਂ ਯੂਨੀਵਰਸ ਦੇ ਮਾਸਟਰ ਹਾਂ। ਲੇਕਿਨ ਕੁਦਰਤ ਨੇ ਤੁਹਾਨੂੰ ਦਿਖਾਤਾ ਕਿ ਤੁਸੀਂ ਯੂਨੀਵਰਸ ਦੇ ਮਾਸਟਰ ਨਹੀਂ ਹੈ। ਕੁਦਰਤ ਜਦੋਂ ਚਾਹੇਗੀ ਤੁਹਾਨੂੰ ਘਰਾਂ ਦੇ ਅੰਦਰ ਬਿਠਾ ਦੇਗੀ, ਅਜਿਹੇ ਹਾਲਾਤ ਪੈਦਾ ਕਰ ਦੇਗੀ ਕਿ ਤੁਸੀਂ ਆਪਣਾ ਮੂੰਹ ਵਿਖਾਉਣ ਜੋਗੇ ਵੀ ਨਹੀਂ ਰੱਖੋਗੇ। ਅੱਜ ਤੁਸੀਂ ਦੇਖ ਲਓ, ਪੂਰਾ ਹਿੰਦੁਸਤਾਨ ਕੀ ਪੂਰਾ ਵਿਸ਼ਵ ਜਿਹੜਾ ਮੂੰਹ ਤੇ ਮਾਸਕ ਬੰਨੀ ਬੈਠਾ। ਬਿਲਕੁਲ, ਇਹਦਾ ਮਤਲਬ ਇਹ ਮੂੰਹ ਛੁਪਾਉਣ ਵਾਲੀ ਸਥਿਤੀ ਆਈ ਕਿਵੇਂ? ਕਿਉਂਕਿ ਅਸੀਂ ਯੂਨੀਵਰਸ ਨੂੰ ਇਗਨੋਰ ਕੀਤਾ। ਸੋ ਸਾਨੂੰ ਯੂਨੀਵਰਸ ਦੇ ਹਰ ਅੰਗ ਨੂੰ ਵੀ ਹੈਵ ਟੂ ਟੇਕ ਕੇਅਰ, ਔਰ ਯੂਨੀਵਰਸ ਦੇ ਹਰ ਸੈਗਮੈਂਟ ਦੇ ਉੱਤੇ ਸਾਨੂੰ ਫੋਕਸ ਕਰਨਾ ਪਏਗਾ। ਸਾਨੂੰ ਇਹ ਦੱਸਣਾ ਪਏਗਾ ਕਿ ਬਾਏ ਇਗਨੋਰਿੰਗ ਦਾ ਇਨਵਾਇਰਮੈਂਟਲ ਫੈਕਟਰ ਅਸੀਂ ਜਿਉ ਨਹੀਂ ਸਕਦੇ ਇਸ ਧਰਤੀ ਤੇ। ਜੀ, ਪਹਿਲਾਂ ਵੀ ਦੱਸਿਆ ਕਿ ਕੁਦਰਤ ਦਾ ਹਰ ਅੰਗ ਖੁਸ਼ਹਾਲ ਹੈ, ਲੇਕਿਨ ਇੱਕ ਸਿਰਫ ਮਨੁੱਖ ਜਿਹੜਾ ਹੈ ਉਹ ਇਸ ਵੇਲੇ ਪਰੇਸ਼ਾਨੀ ਦੀ ਸਥਿਤੀ ਦੇ ਵਿੱਚ ਹੈ। ਅਸੀਂ ਬਿਜ਼ਨਸ ਦੇ ਵਿੱਚ ਅਕਸਰ ਇਹ ਗੱਲ ਕਰਦੇ ਰਹਿੰਦੇ ਹਾਂ, ਬਿਜ਼ਨਸ ਟੂ ਬਿਜ਼ਨਸ, ਯਾਨੀ B to B। ਸਾਨੂੰ ਇਹਦੇ ਮਾਇਨੇ ਹੁਣ ਥੋੜਾ ਜਿਹਾ ਬਦਲਣੇ ਪੈਣੇ ਆ। ਸਾਨੂੰ ਬੈਕ ਟੂ ਬੇਸਿਕਸ ਆਉਣਾ ਪੈਣਾ। ਸਾਡੇ ਪੁਰਖੇ ਜਿਵੇਂ ਜੋਇਆ ਕਰਦੇ ਸਨ, ਉਹਨਾਂ ਦੀਆਂ ਲੋੜਾਂ ਬੜੀਆਂ ਘੱਟ ਸੀ, ਲੇਕਿਨ ਉਹ ਕੁਦਰਤ ਦੇ ਨਾਲ ਜੁੜ ਕੇ ਜਿਉਂਦੇ ਸਨ, ਉਹ ਵਨਸਪਤੀ ਦੇ ਨਾਲ ਜਿਉਂਦੇ ਸਨ, ਉਹ ਦਰਖਤਾਂ ਦੇ ਨਾਲ ਉਹਨਾਂ ਦਾ ਪਿਆਰ ਹੁੰਦਾ ਸੀ, ਪਸ਼ੂ ਪੰਛੀਆਂ ਦੇ ਨਾਲ ਉਹ ਬਹੁਤ ਮੁਹੱਬਤ ਕਰਦੇ ਸਨ। ਇਸੇ ਕਰਕੇ ਉਹਨਾਂ ਦਾ ਜਿਹੜਾ ਜਿਉਣ ਦਾ ਤਰੀਕਾ ਸੀ ਉਹ ਬਹੁਤ ਲੰਮੀ ਉਮਰੇ ਜਿਉਇਆ ਕਰਦੇ ਸੀ। ਸਾਡੀ ਹੁਣ ਲਾਈਫ ਐਕਸਪੈਕਟੈਂਸੀ ਘਟਦੀ ਜਾ ਰਹੀ ਹੈ। ਸਹੂਲਤਾਂ ਬਹੁਤ ਨੇ ਮੈਡੀਕਲ ਦੀਆਂ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਕੜੇ ਹੋਏ ਹਾਂ, ਲੇਕਿਨ ਸਾਡੇ ਪੁਰਖੇ ਇਹ ਤੋਂ ਨਹੀਂ ਹੁੰਦੇ ਸਨ। ਸੋ ਚਾਹੇ ਇੰਡੀਵਿਜੂਅਲ ਪੱਧਰ ਦੇ ਉੱਤੇ ਸਾਨੂੰ ਕੋਸ਼ਿਸ਼ ਕਰਨੀ ਪਏਗੀ ਕਿ ਆਪਣੇ ਆਲੇ ਦੁਆਲੇ ਦੇ ਵਿੱਚ ਬਹੁਤ ਵੱਧ ਤੋਂ ਵੱਧ ਰੁੱਖ ਲਗਾਓ, ਪਸ਼ੂ ਪੰਛੀਆਂ ਦੀ ਕੇਅਰ ਕਰੋ। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਕਦੇ ਕਿਤੇ ਪਾਣੀ ਨਹੀਂ ਰਹਿਣ ਦਿੱਤਾ, ਨਹਿਰਾਂ ਦੇ ਵਿੱਚ ਪਾਣੀ ਖਤਮ ਹੋ ਗਿਆ, ਸੂਇਆਂ ਦੇ ਵਿੱਚ ਪਾਣੀ ਖਤਮ ਹੋ ਗਿਆ, ਪਸ਼ੂ ਪੰਛੀ ਪਾਣੀ ਪੀਣ ਤੋਂ ਤਰਸਦੇ ਨੇ। ਤਾਂ ਸਾਨੂੰ ਇਹ ਸੋਚਣਾ ਪਏਗਾ ਉਹਨਾਂ ਦੇ ਵਾਸਤੇ ਅਸੀਂ ਕਿਸ ਤਰ੍ਹਾਂ ਦੀ ਕ੍ਰੀਏਸ਼ਨ ਕਰੀਏ ਤਾਂ ਕਿ ਉਹ ਬੜੇ ਖੁਸ਼ਹਾਲ ਤੇ ਜ਼ਿੰਦਗੀ ਜਿਉ ਸਕਣ। ਸਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੇ ਬਦਲਾਅ ਕਰਨੇ ਪੈਣੇ ਆ। ਸਰਕਾਰਾਂ ਨੂੰ ਵੀ ਅਸੀਂ ਵੱਧ ਤੋਂ ਵੱਧ ਪਹਾੜ ਕੱਟੀ ਜਾ ਰਹੇ ਹਾਂ, ਸੜਕਾਂ ਬਣਾਉਣ ਦੇ ਯਤਨ ਕਰਨੇ ਜਾ ਰਹੇ ਹਾਂ, ਕਿਉਂਕਿ ਅਸੀਂ ਸਹੂਲਤ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਵਿੱਚ ਮਿੰਟਾਂ ਦੇ ਵਿੱਚ ਪਹੁੰਚ ਜਾਈਏ। ਅਸੀਂ ਟਨਲਸ ਬਣਾਈ ਜਾ ਰਹੇ ਹਾਂ ਪਹਾੜਾਂ ਨੂੰ ਕੱਟ ਕੇ। ਇਹ ਕੁਦਰਤ ਦੇ ਨਾਲ ਖਿਲਵਾੜ ਹੈ, ਯੂਨੀਵਰਸ ਦੇ ਨਾਲ ਖਿਲਵਾੜ ਹੈ। ਸੋ ਅਸੀਂ ਚਾਨਣ ਤੇ ਪਹੁੰਚਣਾ ਚਾਹੁੰਦੇ ਹਾਂ, ਚਾਨਣ ਦੇ ਵਿੱਚ ਵੀ ਅਸੀਂ ਈਵਨ ਉਸੇ ਵੀ ਇਨਵਾਇਰਮੈਂਟ ਨੂੰ ਅਸੀਂ ਪੋਲਿਊਟ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਹੈ ਜਿਹਦੇ ਉੱਤੇ ਵਿਸ਼ਵ ਪੱਧਰ ਦੇ ਉੱਤੇ ਵਿਚਾਰ ਹੋਣਾ ਚਾਹੀਦਾ। ਸਾਡੀ ਓਜ਼ੋਨ ਲੇਅਰ ਜਿਹੜੀ ਉਹ ਡਿਪਲੇਅਰ ਹੁੰਦੀ ਜਾ ਰਹੀ ਹੈ, ਉਹ ਇਸ ਚੀਜ਼ ਦੇ ਉੱਤੇ ਵੀ ਸਾਨੂੰ ਫੋਕਸ ਕਰਨਾ ਪਏਗਾ। ਹੁਣ ਸਾਡੇ ਸਾਹਮਣੇ ਸਵਾਲ ਆਉਂਦਾ ਕਿ ਸਾਡੇ ਪਾਸ ਮਾਡਲ ਕੀ ਨੇ। ਜੀ ਡਾਕਟਰ ਸਾਹਿਬ, ਥੋੜੇ ਜਲਦੀ ਤੁਹਾਡੇ ਨਾਲ ਜ਼ਿਕਰ ਕਰਾਂਗਾ ਸੰਖੇਪ ਸਮੇਂ ਨੂੰ ਦੇਖਦਿਆਂ ਹੋਇਆਂ। ਜੀ ਬਿਲਕੁਲ। ਸਭ ਤੋਂ ਪਹਿਲਾਂ ਹੈ ਕਿ ਇਸ ਕਰੋਨਾ ਦੀ ਸਥਿਤੀ ਤੋਂ ਨਿਕਲਣ ਦੇ ਲਈ ਇੱਕ ਸਾਡੇ ਕੋਲ ਫੁੱਲ ਰੀਬੂਟ ਮਾਡਲ ਹੈ। ਉਹ ਫੁੱਲ ਰੀਬੂਟ ਮਾਡਲ ਕੀ ਹੈ ਕਿ ਸਰਕਾਰਾਂ COVID-19 ਦੇ ਕੇਸਿਸ ਨੂੰ 0 ਹੋਣ ਤੱਕ ਵੇਟ ਕਰਨ ਤੇ ਤਦ ਤੱਕ ਕਿਸੇ ਤਰ੍ਹਾਂ ਦੀ ਇਕਨੋਮਿਕ ਐਕਟੀਵਿਟੀ ਨੂੰ ਮਿਨੀਮਮ ਤੌਰ ਦੇ ਉੱਤੇ ਰੱਖਿਆ ਜਾਵੇ, ਬਟ ਵਿਦ ਨੋ
ਇੰਟਰਨੈਸ਼ਨਲ ਅਨਾਈਵਨ ਸੈਂਟਰ ਦਾ। ਜੀ ਪਰ ਡਾਕਟਰ ਇਹ ਸਾਹਿਬ model ਜਿਹੜਾ ਜਿਹੜੇ ਹੈ, ਮਾਡਲ ਉਹ ਸੈਟ ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੰਟੀਨਿਊ ਕਰਾਂਗੇ, ਕਿਉਂਕਿ ਸਾਡੇ ਕੋਲ ਸਮਾਂ ਜਿਹੜਾ ਬਿਲਕੁਲ ਵੀ ਨਹੀਂ ਬਚਿਆ। ਬਿਲਕੁਲ ਸਮਾਂ ਠੀਕ ਹੋ ਹੈ ਰਿਹਾ ਜੀ। ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ। ਤੁਸੀਂ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਅਸ਼ਵਨੀ ਭੱਲਾ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕੋਰੋਨਾ ਮਹਾਮਾਰੀ ਦੀ ਆਰਥਿਕਤਾ ਨੂੰ ਮਾਰ, ਖਤਰੇ 'ਚ ਨੇ ਕਾਰੋਬਾਰ, ਕਿਵੇਂ ਬਚਣਗੇ ਰੋਜ਼ਗਾਰ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਮ ਸਵੀਟ ਹੋਮ ਨੂੰ ਵੀ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ, ਜੈ ਹਿੰਦ।